ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1371 ਤੇ 130 ਨੰਬਰ ਤੋਂ ਬਾਅਦ ਹੈ। ਕਬੀਰ ਸਾਕਤ ਸੰਗ ਨ ਕੀਜੀਐ, ਦੂਰਹਿ ਜਾਈਐ ਭਾਗ। ਇਹਨੂੰ ਭਾਗ ਪੰਜਾਬੀ ਤਰ੍ਹਾਂ ਨਹੀਂ ਪੜ੍ਹਨਾ। ਹਿੰਦੀ 'ਚ ਦੌੜਨ ਨੂੰ ਕੀ ਕਹਿੰਦੇ? ਭਾਗ ਜਾਓ, ਵੀ ਦੌੜ ਜਾ ਤੂੰ। ਦੂਰਹਿ ਜਾਈਐ ਭਾਗ, ਕਿਉਂਕਿ ਪੰਜਾਬੀ ਨਹੀਂ ਹੈ। ਕਬੀਰ ਸਾਹਿਬ ਪੰਜਾਬੀ ਨਹੀਂ ਸਨ ਜਾਣਦੇ, ਉਹ ਤਾਂ ਹਿੰਦੀ ਵਾਲੇ ਸਨ। ਇਸ ਲਈ ਇਹਨੂੰ ਭਾਗ ਨਹੀਂ ਪੜ੍ਹਨਾ। ਕਬੀਰ ਸਾਕਤ ਸੰਗ ਨ ਕੀਜੀਐ, ਦੂਰੈ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛੁ ਲਾਗੈ ਦਾਗ। ਸਾਕਤ ਦਾ ਨਾਸਤਕ, ਜਿਹਦੇ ਜੀਵਨ ਦਾ ਮੁੱਖ ਉਦੇਸ਼ ਮਾਇਆ ਕਮਾਉਣੀ ਹੋਵੇ, ਰੱਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਭਜਨਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ। ਮੁੱਖ ਉਦੇਸ਼ ਹੈ ਮਾਇਆ ਕਮਾਉਣਾ। ਔਰ ਜਿੰਨੀ ਦੁਨੀਆ ਬਾਹਰ ਨੂੰ ਜਾ ਰਹੀ ਹੈ, ਇਹਨਾਂ ਦਾ ਮੁੱਖ ਉਦੇਸ਼ ਹੈ ਮਾਇਆ ਕਮਾਉਣਾ। ਇੱਥੇ ਕਮਾ ਰਹੇ ਨੇ, ਉਹਨਾਂ 'ਚ ਬਹੁਤ ਸਾਰੇ ਇੱਥੇ ਚੰਗੀ ਭਲੀ ਕਮਾਈ ਕਰ ਰਹੇ ਨੇ, ਪਰ ਇਹ ਵੀ ਉੱਥੇ ਜ਼ਿਆਦਾ ਪੈਸੇ ਹੋਣਗੇ, ਵੀ ਇੱਥੋਂ ਨਾਲੋਂ ਉੱਥੇ ਜ਼ਿਆਦਾ ਮਿਲਣਗੇ, ਇਸ ਲਈ ਤੁਰੇ ਜਾ ਰਹੇ ਨੇ। ਅਮੀਰ ਵੀ ਜਾ ਰਹੇ ਨੇ, ਗਰੀਬ ਤਾਂ ਖੈਰ ਜਾ ਹੀ ਨਹੀਂ ਸਕਦਾ। ਕੋਈ ਤਾਂ 14-15 ਲੱਖ ਹੋਊਗਾ ਤਾਂ ਕਿਤੇ ਜਾਏਗਾ ਬਾਹਰ। ਉਹ ਹਜ਼ਾਰਾਂ ਨਾਲ ਤਾਂ ਬਾਹਰ ਨਹੀਂ ਜਾ ਸਕਦਾ। ਲੱਖਾਂ ਰੁਪਏ ਪਹਿਲਾਂ ਹੋਣੇ, ਤੇ ਜਿਹਦੇ ਕੋਲ ਲੱਖਾਂ ਨੂੰ ਗਰੀਬ ਨਹੀਂ ਹੁੰਦਾ। ਇਸ ਲਈ ਗਰੀਬ ਤਾਂ ਬਾਹਰ ਜਾ ਹੀ ਨਹੀਂ ਸਕਦਾ। ਇਹ ਤਾਂ ਜਿਹੜੇ ਲੱਖਾਂਪਤੀ ਨੇ ਉਹੀ ਬਾਹਰ ਜਾ ਰਹੇ ਹੁਣ। ਕਿਸ ਲਈ? ਬੁੱਢਾ ਮਾਂ ਬਾਪ ਹੈ, ਉਹ ਇਹ ਨਹੀਂ ਸੋਚਦੇ ਵੀ ਇਹਨਾਂ ਨੂੰ ਕੌਣ ਪਾਲੇਗਾ ਮਗਰੋਂ। ਇਹਨਾਂ ਮਗਰੋਂ ਕੌਣ ਪਾਲੇਗਾ? ਨਿੱਜ ਮੁੱਖ ਹੈ ਵੀ ਬਸ ਮੈਂ ਜਾਣਾ ਬਾਹਰ, ਮਾਂ ਪਿਓ ਧੱਕੇ ਖਾਂਦੇ ਖਾਈ ਜਾਓ, ਸਿਰਫ ਇਸ ਲਈ ਕਿ ਬਾਹਰ ਸ਼ਾਇਦ ਜ਼ਿਆਦਾ ਪੈਸੇ ਮਿਲਣਗੇ, ਇਸ ਲਈ ਜਾ ਰਹੇ। ਚਲੋ ਜੇ ਇੱਥੇ ਕਿਸੇ ਨੂੰ ਕੋਈ ਕੰਮ ਨਹੀਂ ਮਿਲਦਾ, ਫਿਰ ਤਾਂ ਸਾਨੂੰ ਯਤਨ ਕਰਨਾ ਚਾਹੀਦਾ। ਜਿੱਥੇ ਕੰਮ ਮਿਲਦਾ ਸੀ ਚਲੇ ਜਾਓ। ਬਿਹਾਰ ਤੋਂ, ਯੂਪੀ ਤੋਂ, ਰਾਜਸਥਾਨ ਤੋਂ, ਮੱਧ ਪ੍ਰਦੇਸ਼ ਤੋਂ, ਅੱਡ-ਅੱਡ ਸੂਬਿਆਂ ਤੋਂ ਲੋਕ ਪੰਜਾਬ 'ਚ ਕੰਮ ਕਰਨ ਆਉਂਦੇ ਨੇ, ਕਿਉਂਕਿ ਉੱਥੇ ਉਹਨਾਂ ਨੂੰ ਮਜ਼ਦੂਰੀ ਘੱਟ ਹੈ, ਇੱਥੇ ਮਜ਼ਦੂਰੀ ਵੱਧ ਹੈ। ਪਰ ਜੇ ਉੱਥੇ ਕੋਈ ਅਮੀਰ ਹੈ ਤਾਂ ਫਿਰ ਉਹਨੂੰ ਇੱਥੇ ਆਉਣ ਦੀ ਕੀ ਲੋੜ ਹੈ? ਸਾਕਤ ਦਾ ਮੁੱਖ ਉਦੇਸ਼ ਹੁੰਦਾ ਹੈ ਮਾਇਆ ਕਮਾਉਣਾ, ਭਾਵੇਂ ਕਿਵੇਂ ਵੀ ਕਮਾਓ। ਉਹ ਇਹ ਨਹੀਂ ਵੇਖਦੇ ਕਿ ਅਸੀਂ ਜਿਹੜਾ ਸਹੀ ਜਿਹੜਾ ਹੈ ਢੰਗ ਤਰੀਕਾ ਵਰਤਣਾ ਮਾਇਆ ਕਮਾਉਣ ਦਾ। ਸਹੀ ਤਰੀਕੇ ਨਾਲ ਤਾਂ ਬਹੁਤੀ ਮਾਇਆ ਨਹੀਂ ਕਮਾਈ ਜਾ ਸਕਦੀ। ਗੁਰੂ ਮਹਾਰਾਜ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨਾ ਜਾਏ। ਪਾਪਾਂ ਤੋਂ ਬਿਨਾਂ ਮਾਇਆ ਨਹੀਂ ਇਕੱਠੀ ਹੁੰਦੀ। 10 ਦੀ ਕਿਰਤ ਨਾਲ ਕੋਈ ਤੁਸੀਂ ਕਰੋੜਾਂਪਤੀ ਨਹੀਂ ਹੋ ਸਕਦੇ। ਹਰਾਮ ਦੀ ਕਮਾਈ, ਲੋਕਾਂ ਦਾ ਖੂਨ ਚੂਸਣਾ, ਇਸ ਤਰ੍ਹਾਂ ਕਰ ਕਰਕੇ ਬੰਦਾ ਅਮੀਰ ਹੁੰਦਾ। ਸੋ ਸਾਕਤ ਦਾ ਮੁੱਖ ਉਦੇਸ਼ ਹੈ ਵੱਧ ਤੋਂ ਵੱਧ ਮਾਇਆ ਕਮਾਉਣਾ, ਭਾਵੇਂ ਕਿਸੇ ਤਰੀਕੇ ਨਾਲ ਵੀ ਕਿਉਂ ਨਾ ਕਮਾਉਣੇ ਪੈਣ। ਉਹ ਨਾਮ ਨਾਲੋਂ ਤਾਂ ਕੋਈ ਲੈਣਾ ਦੇਣਾ ਨਹੀਂ ਹੁੰਦਾ, ਸਤ ਸੰਗਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ। ਸਾਕਤਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ, ਨਾਸਤਕਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ।
ਦੂਰੈ ਜਾਈਐ ਭਾਗ, ਉਹਨਾਂ ਨੂੰ ਵੇਖ ਕੇ ਦੂਰੋਂ ਹੀ ਦੌੜ ਜਾਣਾ ਚਾਹੀਦਾ। ਵੀ ਜੇ ਕੋਲ ਆਇਆ ਇਹ ਮੇਰਾ ਕੋਈ ਨੁਕਸਾਨ ਕਰੇਗਾ, ਪਤਾ ਲੱਗ ਰਿਹਾ ਵੀ ਸਾਕਤ ਆ ਰਿਹਾ, ਕਹਿੰਦੇ ਉਹਨੂੰ ਵੇਖ ਕੇ ਦੂਰੋਂ ਹੀ ਭੱਜੋ, ਕੋਈ ਸੰਗਤ ਨਹੀਂ ਕਰਨੀ। ਬਾਸਨ ਕਾਰੋ ਪਰਸੀਐ, ਬਾਸਨ ਹੁੰਦਾ ਭਾਂਡਾ, ਕਾਰੋ ਮੈਨੇ ਕਾਲਾ, ਪਰਸੀਐ ਹੁੰਦਾ ਛੂਹਣਾ। ਬਾਸਨ ਕਾਰੋ ਪਰਸੀਐ, ਜੇ ਆਪਾਂ ਕਾਲੇ ਭਾਂਡੇ ਨੂੰ ਛੂਹਾਂਗੇ ਨਾ ਤਾਂ ਉਹ ਕੁਛ ਲੱਗ ਗਿਆ ਦਾਗ, ਤਾਂ ਫਿਰ ਕੱਪੜਿਆਂ 'ਤੇ ਸਰੀਰ 'ਤੇ ਦਾਗ ਲੱਗ ਜਾਏਗਾ, ਕਿਉਂ ਕਾਲਾ ਹੈ। ਭਾਂਡੇ ਦਾ ਤਾਂ ਕੁਛ ਨਹੀਂ ਵਿਗੜਨਾ, ਸਾਨੂੰ ਹੀ ਕਾਲਖ ਲੱਗਣੀ। ਉਸ ਸਾਕਤ ਨੇ ਤੁਹਾਡੀ ਸੰਗਤ ਕਰਕੇ ਉਹ ਨਹੀਂ ਬਦਲਣਾ, ਉਹ ਤਾਂ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰੇਗਾ, ਤੁਹਾਨੂੰ ਨਾਮ ਬਾਣੀ ਵੱਲੋਂ ਹਟਾਏਗਾ, ਤੁਹਾਨੂੰ ਸਤ ਸੰਗਤ ਵੱਲੋਂ ਹਟਾਏਗਾ। ਉਹ ਕਹੇਗਾ ਕੀ ਉੱਥੇ ਜਾ ਕੇ ਚੌਂਕੜੀਆਂ ਮਾਰ ਕੇ ਬੈਠੇ ਰਹਿਣਾ, ਕੋਈ ਕੰਮ ਕਰ ਲਓ ਤੁਸੀਂ 2-4 ਰੁਪਈਏ ਕਮਾਓਗੇ, ਕਿਉਂਕਿ ਉਹਦੇ ਜੀਵਨ ਦਾ ਉਦੇਸ਼ ਵੱਧ ਤੋਂ ਵੱਧ ਮਾਇਆ ਕਮਾਉਣਾ ਹੁੰਦਾ। ਉਹਨੂੰ ਇਹ ਤਾਂ ਗਿਆਨ ਹੀ ਨਹੀਂ ਹੈ ਕਿ ਮਾਇਆ ਤਾਂ ਠੀਕ ਹੈ, ਪਰਿਵਾਰ ਨੂੰ ਜਿਉਂਦਾ ਰੱਖਣ ਲਈ, ਪਰਿਵਾਰ ਨੂੰ ਪਾਲਣ ਲਈ ਮਾਇਆ ਚਾਹੀਦੀ ਹੈ। ਇਹ ਅਰਬਾਂ ਖਰਬਾਂ ਇਕੱਠੇ ਕਰਨ ਦੀ ਲੋੜ ਨਹੀਂ। ਜਿਹੜਾ ਮੁੱਖ ਉਦੇਸ਼ ਹੈ ਮਨੁੱਖਾ ਜੀਵਨ ਦਾ, ਭਜਨ ਬੰਦਗੀ ਕਰਨਾ। ਸੋ ਜਿੱਥੇ ਮਾਇਆ ਕਮਾਉਣੀ ਹੈ, ਭਜਨ ਬੰਦਗੀ ਜ਼ਰੂਰ ਕਰਨੀ ਹੈ। ਅਤੇ ਜਿਹੜਾ ਭਜਨ ਬੰਦਗੀ ਨਹੀਂ ਕਰਦਾ, ਕਬੀਰ ਸਾਹਿਬ ਕਹਿੰਦੇ ਉਹਦੀ ਕਦੇ ਸੰਗਤ ਨਹੀਂ ਕਰੀਦੀ, ਉਹਨੂੰ ਸਗੋਂ ਵੇਖ ਕੇ ਦੂਰੋਂ ਹੀ ਭੱਜ ਜਾਣਾ ਚਾਹੀਦਾ, ਕਿਉਂਕਿ ਉਹ ਕਾਲੇ ਭਾਂਡੇ ਵਰਗਾ ਹੈ। ਕਾਲਾ ਭਾਂਡਾ ਆਪਾਂ ਨੂੰ ਛੂਹੇ ਤਾਂ ਵੀ ਆਪਾਂ ਕਾਲੇ, ਆਪਾਂ ਕਾਲੇ ਭਾਂਡੇ ਨੂੰ ਛੂਹਾਂਗੇ ਤਾਂ ਵੀ ਆਪਾਂ ਹੀ ਕਾਲੇ। ਇਸ ਲਈ ਨਾਸਤਕ ਦੀ ਸੰਗਤ ਜਦੋਂ ਕਰਦੇ ਹਾਂ ਆਪਾਂ, ਆਪਣਾ ਨੁਕਸਾਨ ਹੀ ਨੁਕਸਾਨ ਹੈ। ਭੈੜੇ ਬੰਦੇ ਦੀ ਕਦੇ ਸੰਗਤ ਨਹੀਂ ਕਰੀਦੀ। ਆ ਜਿੰਨੇ ਵਿਗੜੇ ਹੋਏ ਲੋਕ ਨੇ, ਇਹਨਾਂ ਭੈੜਿਆਂ ਦੀ ਸੰਗਤ ਕੀਤੀ, ਫਿਰ ਭੈੜੇ ਹੋ ਗਏ। ਅੱਗੇ ਜਿਹੜੇ ਇਹਨਾਂ ਦੀ ਕਰਦੇ ਫਿਰ ਉਹ ਭੈੜੇ ਹੋ ਗਏ, ਜਿਹਨੇ ਕਰਦੇ ਉਹ ਭੈੜੇ। ਇਸ ਲਈ ਭੈੜੇ ਹੀ ਭੈੜੇ ਬਹੁਤ ਹੋ ਗਏ ਨੇ, ਭੈੜੇ। ਕਿਉਂਕਿ ਮਨੁੱਖ ਬੁਰਾਈ ਛੇਤੀ ਗ੍ਰਹਿਣ ਕਰਦਾ, ਇਹ ਚੰਗਿਆਈ ਦੇ ਇਸ 'ਤੇ ਬਹੁਤ ਘੱਟ ਅਸਰ ਹੁੰਦਾ। ਬੁਰੀਆਂ ਗੱਲਾਂ ਦਾ, ਬੁਰੇ ਕੰਮਾਂ ਦਾ ਬੜੀ ਛੇਤੀ ਅਸਰ ਹੁੰਦਾ। ਇਸ ਲਈ ਜਦੋਂ ਤੁਸੀਂ ਬੁਰੇ ਬੰਦੇ ਦੀ ਸੰਗਤ ਕਰੋਗੇ, ਤੁਹਾਡੇ ਅੰਦਰ ਜਿਹੜੀ ਬੁਰਾਈ ਹੈ ਨਾ, ਉਹ ਪ੍ਰਗਟ ਹੋ ਜਾਏਗੀ। ਸਮਾਂ ਪਾ ਕੇ ਤੁਸੀਂ ਵੀ ਬੁਰੇ ਹੋ ਜਾਓਗੇ। ਕੀ ਖਟਿਆ ਫਿਰ? ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ, ਹੇ ਭਾਈ ਨਾਸਤਕ ਦੀ ਮਾੜੇ ਬੰਦੇ ਦੀ ਸੰਗਤ ਨਹੀਂ ਕਰਨੀ ਚਾਹੀਦੀ। ਦੂਰੈ ਜਾਈਐ ਭਾਗ, ਉਹਨੂੰ ਵੇਖ ਕੇ ਦੂਰੋਂ ਹੀ ਦੌੜ ਜਾਣਾ ਚਾਹੀਦਾ। ਬਾਸਨ ਕਾਰੋ ਪਰਸੀਏ, ਬਾਸਨ ਭਾਂਡਾ, ਕਾਰੋ ਮੈਨੇ ਕਾਲਾ, ਪਰਸੀਏ ਮੈਨੇ ਛੋਈਏ। ਜੇ ਆਪਾਂ ਕਾਲੇ ਭਾਂਡੇ ਨੂੰ ਛੂਹਾਂਗੇ ਤਾਂ ਕੁਛ ਲੱਗ ਗਿਆ ਦਾਗ, ਤਾਂ ਕੋਈ ਨਾ ਕੋਈ ਦਾਗ ਤੇ ਲੱਗ ਹੀ ਜਾਣਾ। ਇਸ ਲਈ ਜੇ ਨਾਸਤਕ ਦੀ ਸਾਕਤ ਦੀ ਸੰਗਤ ਕਰੋਗੇ, ਉਹਨੇ ਰੱਬ ਦੇ ਵਿਰੁੱਧ, ਭਜਨ ਬੰਦਗੀ ਦੇ ਵਿਰੁੱਧ ਬੋਲੀ ਜਾਣਾ ਹੈ। ਜੇ ਤੁਹਾਡੇ 'ਤੇ ਥੋੜ੍ਹਾ ਬਹੁਤਾ ਅਸਰ ਹੋ ਗਿਆ, ਤੁਸੀਂ ਭਜਨ ਬੰਦਗੀ ਕਰਨ ਵੱਲੋਂ ਢਿੱਲੇ ਹੋ ਜਾਓਗੇ। ਇਸ ਲਈ ਭਜਨ ਬੰਦਗੀ ਵਾਲੇ ਨੂੰ ਨਾਸਤਕਾਂ ਦੀ ਸੰਗਤ ਹੀ ਨਹੀਂ ਕਰਨੀ ਚਾਹੀਦੀ। ਇਸ ਲਈ ਸਿੱਖ ਨੂੰ ਹੁਕਮ ਹੈ, ਤੂੰ ਸਤ ਸੰਗਤ ਕਰਨੀ, ਕੁਸੰਗਤ ਨਹੀਂ ਕਰਨੀ, ਭੈੜੇ ਬੰਦੇ ਦੀ ਸੰਗਤ ਨਹੀਂ ਕਰਨੀ, ਸਤ ਸੰਗਤ ਕਰਨੀ ਹੈ। ਕਿਸੇ ਸਾਧੂ ਦੀ ਸੰਗਤ ਕਰਨੀ ਹੈ, ਗੁਰੂ ਦੀ ਸੰਗਤ ਕਰਨੀ ਹੈ, ਪਰਮਾਤਮਾ ਦੀ ਸੰਗਤ ਕਰਨੀ ਹੈ। ਤੁਸੀਂ ਕੋਈ ਪਰਮਾਤਮਾ ਦੀ ਸੰਗਤ ਕਿਵੇਂ ਹੋਏਗੀ? ਉਹਦਾ ਨਾਮ ਜਪ ਕੇ। ਜਿਵੇਂ ਗੁਰੂ ਦੀ ਸੰਗਤ ਕਰਨੀ ਹੈ, ਬਾਣੀ ਪੜ੍ਹ ਕੇ ਪਤਾ ਲੱਗੇਗਾ। ਬਾਣੀ ਪੜ੍ਹੋ, ਸਮਝੋ, ਪਤਾ ਲੱਗੇ ਗੁਰੂ ਮਹਾਰਾਜ ਕੀ ਕਹਿੰਦੇ ਨੇ।
ਇਸ ਲਈ ਸਾਵਧਾਨ ਕੀਤਾ ਕਿ ਇਹ ਕਾਲੇ ਭਾਂਡੇ ਹੁੰਦੇ ਨੇ, ਅਤੇ ਕਾਲੇ ਭਾਂਡੇ ਜੇ ਛੂ ਹੋ ਗਏ ਤੁਹਾਨੂੰ ਵੀ ਕਾਲਾ ਦਾਗ ਲੱਗ ਜਾਏਗਾ। ਇਸ ਲਈ ਜਿੱਥੇ ਪਤਾ ਲੱਗੇ ਵੀ ਇਹ ਨਾਸਤਕ ਆ ਰਿਹਾ ਹੈ, ਕਹਿੰਦੇ ਨੂੰ ਵੇਖ ਕੇ ਦੂਰ ਭੱਜੋ ਵੀ ਇਹ ਮੇਰਾ ਨੁਕਸਾਨ ਕਰੇਗਾ। ਮੰਨ ਲਓ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਜਿਹੜਾ ਬੰਦਾ ਮੇਰੇ ਨਾਲ ਆ ਰਿਹਾ, ਇਹ ਜੇਬ ਕਤਰਾ ਹੈ, ਤੁਸੀਂ ਜਿੰਨਾ ਮਰਜ਼ੀ ਸਾਵਧਾਨ ਹੋ ਲੈਣ ਤੁਹਾਡੀ ਜੇਬ ਕੱਟ ਲੈਣੀ। ਉਹ ਇੰਨੇ ਚੁਸਤ ਹੁੰਦੇ ਨੇ। ਇਸ ਲਈ ਉਹਨਾਂ ਦੇ ਨਾਲ ਨਹੀਂ ਜਾਣਾ, ਉਹਦੇ ਨਾਲ ਨਹੀਂ ਜਾਣਾ, ਜੇ ਉਹਨੂੰ ਪਹਿਲਾਂ ਚਲੇ ਜਾਣ ਦਿਓ। ਉਹਦੇ ਨਾਲ ਨਹੀਂ ਜਾਣਾ ਕਿਉਂਕਿ ਉਹਨੇ ਤੁਹਾਡਾ ਨੁਕਸਾਨ ਕਰ ਦੇਣਾ ਹੈ। ਤਾਂ ਸਾਵਧਾਨ ਕੀਤਾ। ਅੱਗੇ ਕਹਿੰਦੇ ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ, ਲਾਗੀ ਮੰਦਰ ਦੁਆਰ ਤੇ, ਅਬ ਕਿਆ ਕਾਢਿਆ ਜਾਏ। ਕਬੀਰਾ ਰਾਮ ਨਾ ਚੇਤਿਓ, ਹੇ ਇਨਸਾਨ ਤੂੰ ਪਰਮਾਤਮਾ ਦੇ ਨਾਮ ਤੇ ਜਪਿਆ ਨਹੀਂ। ਜਰਾ ਆਉਂਦਾ ਬੁਢਾਪਾ, ਜਰਾ ਪਹੁੰਚਿਓ ਆਏ, ਹੁਣ ਬੁਢਾਪਾ ਆ ਗਿਆ ਹੈ। ਕਈ ਕਹਿੰਦੇ ਮੈਂ ਰਿਟਾਇਰ ਹੋ ਲਾਂ ਫਿਰ ਨਾਮ ਜਪਿਆ ਕਰਾਂਗਾ, ਕੋਈ ਕਹਿੰਦੇ ਮੈਂ ਜਰਾ ਬੁੜਾ ਹੋ ਜਾ ਫਿਰ ਨਾਮ ਜਪਿਆ ਕਰਾਂਗਾ। ਕਿੱਡੇ ਭੁਲੇਖੇ 'ਚ ਨੇ ਲੋਕ। ਛੋਟਿਆਂ ਹੁੰਦਿਆਂ ਪੜ੍ਹਦੇ ਸਨ, ਡੂ ਨਾਟ ਪੁੱਟ ਆਫ ਟਿਲ ਟੁਮਾਰੋ ਵਟ ਯੂ ਕੈਨ ਡੂ ਟੂਡੇ। ਜਿਹੜਾ ਤੁਸੀਂ ਅੱਜ ਕੰਮ ਕਰ ਸਕਦੇ ਇਹਨੂੰ ਕੱਲ੍ਹ 'ਤੇ ਨਾ ਛੱਡੋ ਵੀ ਕੱਲ੍ਹ ਨੂੰ ਕਰਾਂਗੇ। ਅਤੇ ਇੰਗਲਿਸ਼ ਕਹਿੰਦੇ ਟੁਮਾਰੋ ਕਮਜ਼ ਨੈਵਰ, ਕੱਲ੍ਹ ਕਦੇ ਆਉਂਦੀ ਹੀ ਨਹੀਂ। ਕੱਲ੍ਹ ਤਾਂ ਕਦੇ ਆਉਂਦੀ ਹੀ ਨਹੀਂ, ਜਦੋਂ ਕੱਲ੍ਹ ਆਏਗਾ ਉਹ ਅੱਜ ਹੋ ਜਾਏਗਾ। ਇਸ ਲਈ ਜਿਹੜਾ ਤੁਸੀਂ ਅੱਜ ਕੰਮ ਕਰ ਸਕਦੇ ਕੱਲ੍ਹ 'ਤੇ ਨਹੀਂ ਛੱਡਣਾ, ਕਿਉਂ ਪਤਾ ਨਹੀਂ ਕੱਲ੍ਹ ਆਵੇ ਨਾ ਆਵੇ। ਕੋਈ ਕਹੂਗਾ ਮੈਂ ਕੁੜੀ ਦਾ ਵਿਆਹ ਕਰ ਲਾਂ ਫਿਰ ਭਜਨ ਬੰਦਗੀ ਕਰਾਂਗਾ, ਕੋਈ ਕਹਿੰਦਾ ਮੁੰਡੇ ਦਾ ਕਰ ਲਾਂ ਫਿਰ ਕਰਾਂਗਾ, ਕੋਈ ਕਹਿੰਦਾ ਮੈਂ ਘਰ ਬਣਾ ਲਾਂ ਫਿਰ ਕਰਾਂਗਾ। ਇਹ ਫਿਰ ਹੀ ਹੁੰਦਾ। ਇਸ ਲਈ ਕਬੀਰ ਕਹਿੰਦੇ ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਰਾਮ ਨੂੰ ਯਾਦ ਨਹੀਂ ਕੀਤਾ, ਬੁਢਾਪਾ ਆ ਗਿਆ ਹੈ। ਲਾਗੀ ਮੰਦਰ ਦੁਆਰ ਤੇ, ਮੰਦਰ ਘਰ ਨੂੰ ਕਹਿੰਦੇ ਨੇ। ਇੱਥੇ ਜਿਹੜਾ ਮੰਦਰ ਦੂਜਾ ਹੁੰਦਾ ਨਾ ਧਾਰਮਿਕ ਸਥਾਨ, ਉਹ ਭਾਵ ਇੱਥੇ ਨਹੀਂ, ਇੱਥੇ ਘਰ ਤੋਂ ਭਾਵ ਹੈ। ਗੁਰਬਾਣੀ ਥਾਂ ਹੁੰਦਾ ਸੁੰਦਰ ਮੰਦਰ ਸੈਣੇ, ਜੈਨ ਮਧਿਆ ਹਰ ਕੀਰਤਨ। ਜਿਨ੍ਹਾਂ ਘਰਾਂ 'ਚ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ, ਅਸਲ ਉਹੀ ਘਰ ਸੁੰਦਰ ਹਨ। ਸੁੰਦਰ ਮੰਦਰ ਸੈਣੇ, ਉਹ ਮੰਦਰ ਉਹ ਘਰ ਸੁੰਦਰ ਹਨ। ਜੈਨ ਮਧਿਆ, ਜਿਨ੍ਹਾਂ ਦੇ ਵਿੱਚ ਹਰ ਕੀਰਤਨ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ। ਜਿਸ ਘਰ 'ਚ ਪਾਠ ਹੋ ਰਿਹਾ, ਜਿਸ ਘਰ 'ਚ ਸਿਮਰਨ ਹੋ ਰਿਹਾ, ਜਿਸ ਘਰ 'ਚ ਕੀਰਤਨ ਹੋ ਰਿਹਾ ਹੈ, ਕਹਿੰਦੇ ਅਸਲ ਤਾਂ ਉਹ ਘਰ ਹੈ। ਲਾਗੀ ਮੰਦਰ ਦੁਆਰ ਤੇ, ਦੁਆਰ ਮੈਨੇ ਦਰਵਾਜ਼ਾ, ਘਰ ਦੇ ਦਰਵਾਜ਼ੇ ਨੂੰ ਲੱਗੀ ਅੱਗ। ਅਬ ਕਿਆ ਕਾਢਿਆ ਜਾਏ, ਹੁਣ ਤੁਸੀਂ ਘਰੋਂ ਕਿਹੜਾ ਸਮਾਨ ਕੱਢ ਸਕਦੇ ਹੋ? ਬੂਹੇ 'ਤੇ ਅੱਗ ਲੱਗ ਗਈ ਹੈ, ਬੂਹੇ 'ਤੇ ਅੱਗ ਲੱਗ ਗਈ ਹੈ, ਹੁਣ ਨਹੀਂ ਸਮਾਨ ਕੱਢਿਆ ਜਾ ਸਕਦਾ। ਇਸ ਲਈ ਹੁਣ ਬੁਢਾਪਾ ਆ ਗਿਆ, ਹੁਣ ਨਹੀਂ ਨਾਮ ਜਪਿਆ ਜਾ ਸਕਦਾ। ਜਿਨ੍ਹਾਂ 'ਤੇ ਜੇ ਬੁਢਾਪਾ ਨਹੀਂ ਆਇਆ ਉਹ ਸੋਚਦੇ ਅਸੀਂ ਬੁਢਾਪੇ 'ਚ ਨਾਮ ਜਪ ਲਾਂਗੇ। ਬੁੱਢਿਆਂ ਨੂੰ ਵੇਖਣਾ ਚਾਹੀਦਾ, ਉਹਨਾਂ ਦਾ ਤਾਂ ਆਪਣੀ ਕਿਰਿਆ ਨਹੀਂ ਕਰ ਹੁੰਦੇ, ਦੂਜੇ ਬੰਦੇ ਫੜ ਕੇ ਗੁਸਲਖਾਨੇ ਤੱਕ ਲੈ ਜਾਂਦੇ ਨੇ। ਉਹਨੇ ਨਾਮ ਕੀ ਜਪਣਾ? ਮੰਨ ਲਓ ਮੇਰੇ ਗੋਡੇ ਦੁਖਦੇ ਨੇ, ਉਹ ਚੀਸ ਪੈਂਦੀ, ਕੀ ਨਾਮ ਜਪਾਂਗਾ ਮੈਂ? ਵਾਹਿਗੁਰੂ ਕਹਾਂਗਾ ਫਿਰ ਨਾਲ ਹਾਏ ਕਹਾਂਗਾ, ਕੋਈ ਚੀਸ ਪੈਂਦੀ। ਕਿਹਦੇ ਗੋਡੇ ਦੁਖਦੇ ਨੇ, ਕਿਹਦੇ ਲੱਕ ਦੁਖਦਾ ਹੈ, ਕਿਹਦੇ ਮੋਢੇ ਦੁਖਦੇ ਹੈ, ਕਿਹਦੀ ਧੌਣ ਦੁਖਦੀ ਹੈ। ਬੁਢਾਪੇ 'ਚ ਫਿਰ ਆਹੀ ਹੁੰਦਾ। ਬੁਢਾਪੇ 'ਚ ਨਹੀਂ ਨਾਮ ਜਪ ਹੁੰਦਾ। ਨਾਮ ਜਪਣ ਦਾ ਸਭ ਤੋਂ ਵਧੀਆ ਸਮਾਂ ਜਵਾਨੀ ਹੁੰਦਾ।
ਜਵਾਨੀ ਵੇਲੇ ਸਾਡੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ, ਐਨਰਜੀ ਹੁੰਦੀ ਹੈ। ਅਸੀਂ ਕਿਸੇ ਵੀ ਕੰਮ ਨੂੰ ਘੰਟਿਆਂ ਬੱਧੀ ਕਰ ਸਕਦੇ ਹਾਂ। ਪੜ੍ਹਾਈ ਕਰਨੀ ਘੰਟਿਆਂ ਬੱਧੀ ਤੁਸੀਂ ਕਰ ਸਕਦੇ ਹੋ। ਖੇਡਣਾ ਘੰਟਿਆਂ ਬੱਧੀ ਖੇਡ ਸਕਦੇ ਹੋ। ਭਜਨ ਬੰਦਗੀ ਕਰਨੀ ਘੰਟਿਆਂ ਬੱਧੀ ਭਜਨ ਬੰਦਗੀ ਕਰ ਸਕਦੇ ਹੋ। ਪਰ ਬੁਢਾਪੇ ਦੇ ਚੌਂਕੜੀ ਹੀ ਨਹੀਂ ਵੱਜਣੀ। ਭਾਂਤ ਭਾਂਤ ਦੀਆਂ ਬੁਢਾਪੇ ਜਾ ਕੇ ਬਿਮਾਰੀਆਂ ਲੱਗ ਜਾਂਦੀਆਂ ਨੇ। ਬੁਢਾਪੇ ਨਹੀਂ ਕਰਨ ਦੀ ਭਜਨ ਬੰਦਗੀ। ਕਹਿੰਦੇ ਉਹ ਤਾਂ ਐਂ ਹੈ ਕਿ ਘਰ ਨੂੰ ਲੱਗ ਗਈ ਅੱਗ, ਹੁਣ ਕਹਿੰਦੇ ਸਮਾਨ ਕਿਵੇਂ ਬਾਹਰ ਕੱਢੋਗੇ, ਬੂਹੇ ਤੱਕ ਲੱਗ ਗਈ। ਬੁਢਾਪਾ ਆ ਗਿਆ, ਕਹਿੰਦੇ ਹੁਣ ਨਹੀਂ ਨਾਮ ਜਪ ਹੋਣਾ। ਇਸ ਲਈ ਜਦੋਂ ਬੁਢਾਪਾ ਨਹੀਂ ਸੀ ਉਦੋਂ ਰਾਮ ਨਾ ਚੇਤਿਓ, ਉਦੋਂ ਰੱਬ ਨੂੰ ਯਾਦ ਨਹੀਂ ਕੀਤਾ। ਜਰਾ ਪਹੁੰਚਿਓ ਆਏ, ਹੁਣ ਬੁਢਾਪਾ ਆ ਗਿਆ ਹੈ। ਹੁਣ ਤੇ ਉਹ ਹਾਲ ਹੈ ਵੀ ਘਰ ਦੇ ਦਰਵਾਜ਼ੇ ਨੂੰ ਲੱਗ ਗਈ ਅੱਗ। ਹੁਣ ਸਮਾਨ ਬਾਹਰ ਨਹੀਂ ਕੱਢਿਆ ਜਾ ਸਕਦਾ, ਉਸ ਨੂੰ ਨਹੀਂ ਬਚਾਇਆ ਜਾ ਸਕਦਾ। ਭਾਵ ਹੁਣ ਬੁਢਾਪੇ ਦੇ ਤੁਸੀਂ ਭਜਨ ਬੰਦਗੀ ਨਹੀਂ ਕਰ ਸਕਦੇ। ਇਸ ਲਈ ਉਡੀਕ ਨਹੀਂ ਕਰਨੀ ਚਾਹੀਦੀ, ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ। ਉਹ ਬੰਦੇ ਹਮੇਸ਼ਾ ਜ਼ਿੰਦਗੀ ਘਾਟੇ 'ਚ ਰਹਿੰਦੇ, ਜਿਹੜਾ ਅੱਜ ਦਾ ਕੰਮ ਕੱਲ੍ਹ 'ਤੇ ਛੱਡਦੇ ਨੇ। ਅੱਜ ਦਾ ਕੰਮ ਕਦੇ ਵੀ ਕੱਲ੍ਹ 'ਤੇ ਨਹੀਂ ਛੱਡੀਦਾ ਹੁੰਦਾ। ਆ ਬੈਂਕ ਵਾਲੇ ਰੋਜ਼ ਦਾ ਰੋਜ਼ ਕੰਮ ਪੂਰਾ ਕਰਕੇ ਜਾਣਾ ਪੈਂਦਾ। ਇਹ ਅਧੂਰਾ ਨਹੀਂ ਛੱਡ ਸਕਦੇ। ਇੱਕ ਵਾਰੀ ਮੇਰੇ ਦੋਸਤ ਦੀ ਘਰਵਾਲੀ ਬੈਂਕ 'ਚ ਲੱਗੀ। ਬੈਂਕ 5 ਵਜੇ ਬੰਦ ਹੋ ਜਾਂਦਾ। ਮੈਂ ਕਦੇ ਬੈਂਕ ਕੋਲ ਲੰਘਿਆ, 6 ਵਜੇ ਵੀ ਸਟਾਫ ਅੰਦਰ ਹੈ ਬੈਂਕ ਦੇ। ਮੈਂ ਅੰਦਰ ਚਲਿਆ ਗਿਆ। ਮੈਂ ਆਪਣੇ ਦੋਸਤ ਦੀ ਘਰਵਾਲੀ ਕਿਹਾ, ਮੈਂ ਭੈਣ ਜੀ ਤੁਸੀਂ ਘਰ ਬੈਂਕ ਨਹੀਂ ਬੰਦ ਕੀਤਾ ਅੱਜ? ਕਹਿੰਦੇ ਵੇ ਵੀਰਾ ਆ 50 ਪੈਸੇ ਨਹੀਂ ਟੈਲੀ ਕਰ ਰਹੇ, ਮਿਲ ਨਹੀਂ ਰਹੇ। ਮੈਂ ਫਿਰ ਕੀ ਆਪਣੇ ਕੋਲੋਂ ਪਾ ਦਿਓ? ਕਹਿੰਦੇ ਇਹ ਨਹੀਂ ਹੁੰਦਾ, ਆਪਣੇ ਕੋਲੋਂ ਨਹੀਂ ਪਾਇਆ ਜਾ ਸਕਦੇ, ਕਿਤੇ ਗਲਤੀ ਹੈ, ਉਹ ਲੱਭ ਰਹੇ ਹੋ। ਜਿੰਨਾ ਚਿਰ ਉਹ ਠੀਕ ਨਹੀਂ ਹੁੰਦੇ ਅਸੀਂ ਘਰਾਂ ਨੂੰ ਨਹੀਂ ਜਾ ਸਕਦੇ, ਚਾਹੇ ਰਾਤ ਦੇ ਸਾਨੂੰ 10 ਵਜੇ। ਸਾਨੂੰ ਹਰ ਰੋਜ਼ ਦਾ ਕੰਮ ਹਰ ਰੋਜ਼ ਪੂਰਾ ਕਰਕੇ ਜਾਣਾ ਪੈਂਦਾ। ਇਸ ਲਈ ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਛੱਡੀਦਾ ਹੁੰਦਾ, ਕਿਉਂ ਕੱਲ੍ਹ ਨੂੰ ਪਤਾ ਨਹੀਂ ਕਿਹੋ ਜਿਹਾ ਹਾਲਾਤ ਹੋ ਜਾਏ। ਅੱਜ ਦੇ ਠੀਕ ਸੀ, ਕੱਲ੍ਹ ਨੂੰ ਹਾਲਾਤ ਖਰਾਬ ਵੀ ਹੋ ਸਕਦੇ ਨੇ, ਮਾੜੇ ਵੀ ਹੋ ਸਕਦੇ ਨੇ। ਕਿਤੇ ਆਪਾਂ ਨੂੰ ਕੰਮ ਪੈ ਸਕਦਾ, ਕਿਤੇ ਜਾਣਾ ਪੈ ਗਿਆ, ਕੰਮ ਫਿਰ ਵਿੱਚ ਹੀ ਰਹਿ ਗਿਆ। ਇਸ ਲਈ ਯਾਦ ਕਰਨ ਦੇ ਨੇ। ਕਹਿੰਦੇ ਜਦੋਂ ਨਾਮ ਜਪਣਾ ਸੀ ਉਦੋਂ ਜਪਿਆ ਨਹੀਂ, ਹੁਣ ਬੁਢਾਪਾ ਆ ਗਿਆ ਹੈ, ਹੁਣ ਜਪ ਨਹੀਂ ਹੁੰਦਾ। ਕਈ ਵਾਰੀ ਬੰਦਾ ਜਪਣਾ ਚਾਹੁੰਦਾ, ਜਿਵੇਂ ਮੈਂ ਹੁਣ ਮੈਨੂੰ ਗਿਆਨ ਹੋ ਗਿਆ ਕਿ ਵੱਧ ਤੋਂ ਵੱਧ ਭਜਨ ਬੰਦਗੀ ਕਰਨੀ ਚਾਹੀਦੀ ਹੈ। ਪਰ ਜੋ ਜਵਾਨੀ ਵੇਲੇ ਭਜਨ ਬੰਦਗੀ ਹੁੰਦੀ ਸੀ, ਬੁਢਾਪੇ 'ਚ ਨਹੀਂ ਹੁੰਦੀ। ਉਹ ਨਹੀਂ ਕਰ ਬਣਦੀ ਹੈਗੀ। ਸਰੀਰ 'ਚ ਉਨੀ ਸੱਤੇ ਨਹੀਂ ਰਹਿੰਦੀ ਜਿੰਨੀ ਜਵਾਨੀ 'ਚ ਹੁੰਦੀ ਹੈ। ਇਸ ਲਈ ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਵੇਲੇ ਦੀ ਇੱਕ ਕੁਵੇਲੇ ਦੀ 100। ਵੇਲੇ ਸਿਰ ਕਰਨਾ ਚਾਹੀਦਾ ਹਰ ਕੰਮ। ਹਰ ਇੱਕ ਚੀਜ਼ ਦਾ ਟਾਈਮ ਹੁੰਦਾ। ਹਰ ਇੱਕ ਚੀਜ਼ ਦਾ ਟਾਈਮ ਹੁੰਦਾ। ਟਾਈਮ 'ਤੇ ਜੇ ਆਪਾਂ ਕੋਈ ਕੰਮ ਕਰ ਲਾਂਗੇ, ਹੁਣ ਜੀਰੀ ਵੱਢੀ ਗਈ, ਹੁਣ ਕਣਕ ਬੀਜਣਗੇ, ਉਹਦੇ ਇੱਕ ਟਾਈਮ ਹੈ। ਅਗਰ ਉਹ ਸਮਾਂ ਲੰਘ ਗਿਆ ਫਿਰ ਬੀਜ ਨਹੀਂ ਹੋਣੀ। ਜੇ ਬੀਜਣਗੇ ਫਿਰ ਝਾੜ ਨਹੀਂ ਠੀਕ ਨਿਕਲਣਾ। ਫਿਰ ਕਣਕ ਦਾ ਟਾਈਮ ਹੋਰ ਹੁੰਦਾ, ਛੋਲਿਆਂ ਦਾ ਟਾਈਮ ਹੋਰ ਹੁੰਦਾ ਹੈ, ਜਾਂ ਜੀਰੀ ਦਾ ਟਾਈਮ ਹੋਰ ਹੈ। ਕਣਕ ਦੇ ਸਮੇਂ ਜੀਰੀ ਨਹੀਂ ਬੀਜੀ ਜਾ ਸਕਦੀ, ਜੀਰੀ ਦੇ ਸਮੇਂ ਕਣਕ ਨਹੀਂ ਬੀਜੀ ਜਾ ਸਕਦੀ। ਅੱਡ ਅੱਡ ਟਾਈਮ ਨੇ। ਇਸ ਲਈ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ। ਇਸ ਲਈ ਸਮੇਂ ਸਿਰ ਹੀ ਆਪਣਾ ਸਭ ਕੁਛ ਕਰ ਲੈਣਾ ਚਾਹੀਦਾ, ਨਹੀਂ ਤਾਂ ਮਗਰੋਂ ਫਿਰ ਪਛਤਾਵਾ ਹੁੰਦਾ। ਜਿਹੜੇ ਬੱਚੇ ਸਕੂਲਾਂ ਕਾਲਜਾਂ 'ਚ ਜਾ ਕੇ ਮਿਹਨਤ ਨਹੀਂ ਕਰਦੇ, ਅਵਾਰਾਗਰਦੀ ਕਰਦੇ, ਸਾਰੀ ਉਮਰ ਪਛਤਾਉਂਦੇ ਰਹਿੰਦੇ ਨੇ। ਫਿਰ ਕਹਿਣਗੇ
ਜੇ ਅਸੀਂ ਕਰ ਲੈਂਦੇ, ਮੈਂ ਉਹ ਤਾਂ ਜੇ ਸੀ ਨਾ, ਫਿਰ ਉਹ ਤਾਂ ਗਿਆ ਸਮਝ, ਜੇ ਨਾਲ ਨਹੀਂ ਗੱਲ ਬਣਦੀ। ਸੋ ਇਸ ਲਈ ਕਬੀਰ ਸਾਹਿਬ ਸਾਨੂੰ ਯਾਦ ਕਰਾਉਂਦੇ ਨੇ। ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ, ਏਕੈ ਸਿਰਜਨਹਾਰ। ਹਰ ਇੱਕ ਚੀਜ਼ ਦਾ ਕਾਰਨ ਹੁੰਦਾ। ਦੋ ਬੰਦੇ ਲੜ ਪਏ ਨੇ, ਕੋਈ ਕਾਰਨ ਹੈ। ਦੋ ਦੇਸ਼ ਲੜ ਪਏ ਨੇ, ਕੋਈ ਕਾਰਨ ਹੈ। ਬੰਦਾ ਬਿਮਾਰ ਹੋ ਗਿਆ, ਕੋਈ ਕਾਰਨ ਹੈ। ਬਿਨਾਂ ਕਾਰਨ ਦੇ ਥੋੜ੍ਹੇ ਬਿਮਾਰ ਹੋਏਗਾ, ਕਾਰਨ ਹੈ ਕੋਈ। ਪਹਿਲਾਂ ਅਮੀਰ ਸੀ, ਫਿਰ ਗਰੀਬ ਹੋ ਗਏ, ਕਾਰਨ ਹੈ ਕੋਈ। ਕਾਰਨ ਤੋਂ ਬਿਨਾਂ ਨਹੀਂ ਗੱਲ ਬਣਿਆ ਕਰਦੀ। ਤੇ ਗੁਰਬਾਣੀ ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ। ਕਾਰਨ ਤੇ ਉਹੀ ਬਣਨਾ ਜੋ ਪਰਮਾਤਮਾ ਨੇ ਬਣਾਉਣਾ ਹੈ। ਪਰਮਾਤਮਾ ਨੇ ਬਣਾਉਣਾ। ਹੁਣ ਮੈਂ ਕਾਰਨ ਲਿਖ ਦਿੱਤਾ ਗਿਆ ਹੈ, ਐਕਸੀਡੈਂਟ ਨਾਲ ਇਹਦੀ ਡੈਥ ਹੋਣੀ ਹੈ। ਡੈਥ ਦਾ ਲਿਖਿਆ ਹੁੰਦਾ ਹੈ, ਕਾਰਨ ਲਿਖਿਆ ਜਾਂਦਾ ਹੈ, ਸਮਾਂ ਲਿਖਿਆ ਜਾਂਦਾ ਹੈ, ਸਥਾਨ ਲਿਖਿਆ ਜਾਂਦਾ। ਵੀ ਇਸ ਫਲਾਣੇ ਬੰਦੇ ਦੀ ਮੌਤ ਫਲਾਣੇ ਸਮੇਂ ਹੋਣੀ ਹੈ, ਫਲਾਣੇ ਥਾਂ 'ਤੇ ਹੋਣੀ ਹੈ, ਫਲਾਣੇ ਕਾਰਨ ਹੋਣੀ ਹੈ। ਤਿੰਨੋਂ ਚੀਜ਼ਾਂ ਲਿਖੀਆਂ ਹੁੰਦੀਆਂ। ਜਦੋਂ ਤਿੰਨੋਂ ਚੀਜ਼ਾਂ ਇਕੱਠੀਆਂ ਹੁੰਦੀਆਂ, ਫਿਰ ਮਨੁੱਖ ਦੀ ਡੈਥ ਹੁੰਦੀ ਹੈ। ਕਾਰਨ ਹੁੰਦਾ। ਜੋ ਇੱਕ ਵਾਰੀ ਮੈਂ ਸੁਣਾਇਆ ਵੀ ਸੀ ਕਿ ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖਿਆ, ਭਾਈ ਗੁਰਦਾਸ ਜੀ ਨੇ, ਇਹਨੂੰ ਕਹਿੰਦੇ ਸਿੱਖਾਂ ਦੇ ਵੇਦ ਵਿਆਸ ਨੇ। ਹਿੰਦੂਆਂ ਦੇ ਵੀ ਬੜੇ ਪ੍ਰਸਿੱਧ ਵਿਦਵਾਨ ਹੋਏ ਰਿਸ਼ੀ ਵੇਦ ਵਿਆਸ ਜੀ। ਉਹਨਾਂ ਨੂੰ ਪਤਾ ਸੀ ਮੇਰੀ ਬਹੁਤ ਲੰਮੀ ਉਮਰ ਹੈ। ਜਿਹੜਾ ਨਾ ਨੌਕਰ ਸੀ, ਉਹਨਾਂ ਦਾ ਅਸਿਸਟੈਂਟ ਜਿਹੜਾ ਸਹਾਇਕ ਸੀ, ਉਹ ਵੀ ਬਹੁਤ ਸਿਆਣਾ ਸੀ। ਕਈ ਵਾਰ ਮੈਂ ਦੇਖਿਆ ਆਫਿਸਰ ਕਲਰਕ ਨੂੰ ਕਹਿੰਦਾ ਵੀ ਆਪਾਂ ਨੇ ਆਹ ਲੈਟਰ ਤਿਆਰ ਕਰਨਾ ਹੈ, ਉਹ ਮੂੰਹ ਜ਼ਬਾਨੀ ਇੱਕ ਦੋ ਗੱਲ ਦੱਸ ਦਿੰਦਾ ਹੈ। ਜਿਹੜਾ ਸਿਆਣਾ ਕਲਰਕ ਹੈ, ਬਹੁਤ ਵਧੀਆ ਉਸ ਲੈਟਰ ਦੀ ਡਰਾਫਟਿੰਗ ਤਿਆਰ ਕਰ ਲੈਂਦਾ, ਤੇ ਉਹ ਅਫਸਰ ਦੇ ਸਾਹਮਣੇ ਰੱਖ ਦਿੰਦਾ। ਜਿਹੜਾ ਤਾਂ ਨਲਾਇਕ ਹੈ, ਉਹਨੂੰ ਤਾਂ ਅਫਸਰ ਲਿਖਾਉਂਦਾ ਵੀ ਲਿਖ ਬਈ, ਉਹਨੂੰ ਸਾਰਾ ਡਿਕਟੇਟ ਕਰਨਾ ਪੈਂਦਾ ਤਾਂ ਕਿਤੇ ਲਿਖਦਾ। ਜਿਹੜੇ ਸਿਆਣੇ ਹੁੰਦੇ ਨੇ ਅੱਗੇ ਕਲਰਕ, ਅਫਸਰ ਉਹਨੂੰ ਉਂਝ ਹੀ ਗੱਲਾਂ ਕਹਿੰਦੇ ਵੀ ਆਹ ਆਪਾਂ ਨੇ ਲਿਖਣਾ, ਇਹ ਤੋਂ ਲਿਖ ਲਈ, ਉਹ ਫਿਰ ਆਪੇ ਲਿਖ ਲੈਂਦਾ। ਸੋ ਰਿਸ਼ੀ ਵੇਦ ਵਿਆਸ ਨੇ ਦੇਖਿਆ ਵੀ ਮੇਰਾ ਜਿਹੜਾ ਇਹ ਨੌਕਰ ਹੈ ਬਹੁਤ ਸਿਆਣਾ ਹੈ, ਪਰ ਇਹਦੀ ਉਮਰ ਛੋਟੀ ਹੈ, ਕਿਉਂ ਨਾ ਮੈਂ ਇਹਦੀ ਉਮਰ ਵਧਵਾ ਲਿਆਵਾਂ, ਕਿਉਂ ਨਾ ਵਧਾ ਲਿਆ। ਚਲੋ ਜੀ, ਉਹਨੂੰ ਪਤਾ ਸੀ ਵੀ ਜਿਹੜੇ ਸ਼ਿਵ ਜੀ ਨੇ ਇਹ ਮਾਰਨ ਵਾਲੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਕਚਹਿਰੀ ਲਾਉਂਦਾ। ਸ਼ਿਵ ਜੀ ਮਹਾਰਾਜ ਕੋਲ ਚਲੇ ਗਏ, ਇਹ ਮੇਰਾ ਨੌਕਰ ਹੈ ਜੀ, ਮੈਂ ਇਹਦੀ ਉਮਰ ਵਧਾਉਣੀ ਹੈ। ਉਹ ਕਹਿੰਦੇ ਮੈਂ ਉਮਰ ਨਹੀਂ ਵਧਾ ਸਕਦਾ, ਇਹ ਤਾਂ ਜਿਹੜਾ ਹੈ ਤੁਸੀਂ ਧਰਮਰਾਜ ਕੋਲੇ ਜਾਓ। ਚਲੋ ਮੈਂ ਵੀ ਚੱਲਦਾ। ਸ਼ਿਵ ਜੀ ਚਲੇ ਗਏ ਨੇ, ਰਿਸ਼ੀ ਵੇਦ ਵਿਆਸ ਨੌਕਰ ਧਰਮਰਾਜ ਕੋਲ। ਧਰਮਰਾਜ ਦੇਖੇ ਬ੍ਰਹਮ ਗਿਆਨੀ ਨੇ ਖੜ੍ਹਾ ਹੋ ਗਿਆ, ਸਤਿਕਾਰ ਕੀਤਾ। ਰਿਸ਼ੀ ਵੇਦ ਵਿਆਸ ਜੀ ਕਹਿੰਦੇ ਮੈਂ ਆਪਣੇ ਨੌਕਰ ਦੀ ਉਮਰ ਵਧਾਉਣੀ ਹੈ। ਉਹ ਕਹਿੰਦੇ ਭਾਈ ਜਿਹੜਾ ਚਿੱਤਰਗੁਪਤ ਹੈ ਨਾ, ਇਹਦੇ ਕੋਲ ਰਿਕਾਰਡ ਹੁੰਦਾ। ਉਹਨਾਂ ਦਾ ਨੌਕਰ ਨੂੰ ਤਾਂ ਬਾਹਰ ਖੜ੍ਹੇ ਕਰ ਗਏ। ਹੁਣ ਚਿੱਤਰਗੁਪਤ ਲੈ ਆਪਣੀ ਕਿਤਾਬ ਜਿਸ 'ਤੇ ਲਿਖਿਆ ਸੀ, ਉਹ ਜਦੋਂ ਪੜ੍ਹਿਆ, ਉਹ 'ਚ ਲਿਖਿਆ ਵੀ ਜਦੋਂ ਸ਼ਿਵ ਜੀ, ਰਿਸ਼ੀ ਵੇਦ ਵਿਆਸ, ਧਰਮਰਾਜ ਅਤੇ ਉਹ ਨੌਕਰ ਜਦੋਂ ਇੱਥੇ ਆਉਣਗੇ, ਸਾਰੇ ਇਕੱਠੇ ਹੋਣਗੇ,
ਇਹ ਮਰ ਜਾਵੇਗਾ। ਕਹਿੰਦੇ ਨੌਕਰ ਤਾਂ ਮਰ ਜਾਣਾ ਚਾਹੀਦਾ। ਬਾਹਰ ਨਿਕਲ ਦੇਖਿਆ ਨੌਕਰ ਮਰਿਆ ਪਿਆ ਹੈ। ਕਿਉਂ? ਉਹ ਸਮਾਂ ਆ ਗਿਆ, ਉਹ ਸਥਾਨ ਆ ਗਿਆ, ਉਹ ਕਾਰਨ ਹੋ ਗਿਆ ਵੀ ਇਹ ਨਾਲ ਹੋਣਗੇ ਤਾਂ ਇਹ ਮਰੂ। ਸੋ ਕਾਰਨ ਹੁੰਦਾ ਹੈ ਤੇ ਕਾਰਨ ਬਣਾਉਣ ਵਾਲਾ ਪਰਮਾਤਮਾ ਹੈ। ਸਾਡੇ ਤੁਹਾਡੇ ਵੱਸ 'ਚ ਤਾਂ ਅਸੀਂ ਤਾਂ ਰਾਤੇ ਰਾਤੇ ਮਾਰਦੀ ਬੜੀ ਦੁਨੀਆ ਨੂੰ ਨਹੀਂ ਮਾਰ ਸਕਦੇ ਅਸੀਂ। ਜੇ ਬੰਦੇ ਦੇ ਵੱਸ 'ਚ ਮੇਰਾ ਹੈ ਤਾਂ ਸਿਰ ਤਾਂ ਛੱਡੀ ਨਾ ਕਿਸੇ ਨੂੰ ਕਿ ਮੇਰੀ ਕਿਸੇ ਨਾਲ ਦੁਸ਼ਮਣੀ, ਕਿਸੇ ਦੀ ਮੇਰੇ ਨਾਲ ਦੁਸ਼ਮਣੀ, ਮਾਰ ਦੇਂਗੇ ਇੱਕ ਦੂਜੇ ਨੂੰ। ਪਰ ਨਹੀਂ, ਉਹੀ ਮਾਰਿਆ ਜਾਏਗਾ ਜਿਸ ਦਾ ਲਿਖਿਆ ਹੋਇਆ ਹੈ ਅਤੇ ਉਹ ਕਾਰਨ ਵੀ ਬਣੇਗਾ। ਤੇ ਕਾਰਨ ਬਣਾਉਣ ਵਾਲਾ ਕਬੀਰ ਕਾਰਨ ਸੋ ਭਇਓ, ਕਾਰਨ ਉਹ ਬਣਿਆ ਜੋ ਕੀਨੋ ਕਰਤਾਰ, ਜੋ ਪਰਮਾਤਮਾ ਨੇ ਕੀਤਾ। ਤਿਸ ਬਿਨ ਦੂਸਰ ਕੋ ਨਹੀਂ, ਏਕੈ ਸਿਰਜਨਹਾਰ। ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਤਾਂ ਕੋਈ ਹੈ ਨਹੀਂ ਹੈ। ਇਸ ਲਈ ਉਹਦਾ ਨਾਮ ਜਪਣਾ ਚਾਹੀਦਾ, ਕਿਉਂਕਿ ਕਰਨ ਕਰਾਉਣ ਵਾਲਾ ਤੇ ਉਹ ਹੈ। ਕਰਨ ਕਰਾਵਨ ਹਾਰ ਸੁਆਮੀ, ਆਪਣਾ ਹੱਥ ਸੰਜੋਗੇ। ਕਰਨ ਕਰਾਉਣ ਵਾਲਾ ਤੇ ਉਹ ਹੈ। ਸੋ ਇਸ ਲਈ ਕਿਹਾ ਵੀ ਜੋ ਕਰਨ ਕਰਾਉਣ ਵਾਲਾ ਹੈ ਉਹਦਾ ਨਾਮ ਜਪਣਾ ਚਾਹੀਦਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ। ਪਰਮਾਤਮਾ ਦਾ ਹੀ ਨਾਮ ਜਪਣਾ, ਉਹੀ ਸਾਡੀ ਕਿਸਮਤ ਲਿਖਣ ਵਾਲਾ ਹੈ। ਉਹਨੇ ਹੀ ਫਿਰ ਗੁਰੂ ਦੇ ਰਾਹੀਂ ਸਾਡੀ ਕਿਸਮਤ ਬਦਲਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਕਈ ਨੂੰ ਮੈਂ ਬਾਣੀ ਦਿੰਦਾ, ਇਹਦੇ ਨਾਲ ਮੇਰਾ ਕੰਮ ਹੋ ਜੂ। ਮੈਂ ਡਾਕਟਰ ਦਵਾਈ ਦਿੰਦਾ, ਤੁਹਾਨੂੰ ਬਿਮਾਰ ਕਰਨ ਲਈ ਤਾਂ ਨਹੀਂ ਦਿੰਦਾ, ਤੁਹਾਨੂੰ ਠੀਕ ਕਰਨ ਲਈ ਦਿੰਦਾ ਨਾ। ਅਤੇ ਤੁਸੀਂ ਡਾਕਟਰ ਜੀ ਇਹਦੇ ਨਾਲ ਠੀਕ ਹੋ ਜਾਵਾਂਗੇ, ਉਹ ਕਹੇ ਚੱਲ ਪਹਿਲਾਂ ਦਵਾਈ ਖਾਓ ਫਿਰ ਗੱਲਾਂ ਕਰਿਓ। ਹੁਣ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ। ਵੀ ਬਾਣੀ ਰੱਬ ਹੈ। ਹੁਣ ਦੱਸੋ ਰੱਬ ਦੇ ਅੱਗੇ ਕਿਹੜੀ ਚੀਜ਼ ਅੜੇਗੀ? ਬਈ ਕੋਈ ਅੜ ਸਕਦੀ? ਸਾਨੂੰ ਵਿਸ਼ਵਾਸ ਹੀ ਨਹੀਂ। ਜਿੰਨਾ ਚਿਰ ਸਾਨੂੰ ਵਿਸ਼ਵਾਸ ਹੀ ਨਹੀਂ ਕਿ ਬਾਣੀ ਨਿਰੰਕਾਰ ਹੈ, ਸਾਨੂੰ ਚੱਬੜ ਕੇ ਭੂਤ ਪ੍ਰੇਤ। ਤੁਸੀਂ ਕਹਿ ਰਹੇ ਹੋ ਪਤਾ ਨਹੀਂ ਬਾਣੀ ਨਾਲ ਜਾਣਗੇ ਕਿ ਨਹੀਂ ਜਾਣਗੇ। ਵੀ ਦੱਸ, ਰੱਬ ਦੇ ਅੱਗੇ ਭੂਤ ਪ੍ਰੇਤ ਖੜ੍ਹ ਜਾਣਗੇ? ਰੱਬ ਦੇ ਅੱਗੇ ਭੂਤ ਪ੍ਰੇਤ ਖੜ੍ਹ ਜਾਣਗੇ? ਬਾਣੀ ਤਾਂ ਆਪ ਹੀ ਨਿਰੰਕਾਰ ਹੈ। ਤਿਸ ਜੇਵੜ ਅਵਰ ਨ ਕੋਇ, ਨਾਲੇ ਵੀ ਲਿਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨ ਕੋਇ। ਇਹ ਜਿਹੜਾ ਹੈ ਹੀ ਨਹੀਂ ਕੋਈ। ਨਾ ਵਿਸ਼ਵਾਸ ਹੋਣ ਕਾਰਨ ਸਾਡੇ ਕੰਮ ਨਹੀਂ ਹੁੰਦੇ। ਬਾਣੀ ਪੜ੍ਹ ਰਹੇ ਹਾਂ ਪਰ ਵਿਸ਼ਵਾਸ ਨਹੀਂ ਹੈ। ਕਿਉਂ? ਇਹ ਦਿਮਾਗ 'ਚ ਨਹੀਂ ਗੱਲ ਬੈਠੀ ਕਿ ਬਾਣੀ ਤੇ ਨਿਰੰਕਾਰ ਹੈ ਤੇ ਨਿਰੰਕਾਰ ਹੀ ਸਭ ਕੁਛ ਕਰਨ ਕਰਾਉਣ ਵਾਲਾ ਹੈ। ਵਿਸ਼ਵਾਸ ਰੱਖ ਕੇ ਬਾਣੀ ਪੜ੍ਹਨੀ ਹੈ, ਫਿਰ ਸਭ ਕੁਝ ਠੀਕ ਹੋ ਜਾਂਦਾ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਪੜ੍ਹ ਦੇਣਾ। ਸ਼ਰਧਾ, ਵਿਸ਼ਵਾਸ ਹੋਣਾ ਚਾਹੀਦਾ ਗੁਰੂ 'ਤੇ। ਬਾਣੀ ਸਾਡਾ ਗੁਰੂ ਹੈ, ਇਹ ਗੁਰੂ ਹੈ ਸਾਡਾ। ਇਸ ਲਈ ਜਿਸ ਸਿੱਖ ਨੂੰ ਗੁਰੂ 'ਤੇ ਵਿਸ਼ਵਾਸ ਨਹੀਂ, ਉਹ ਕਦੋਂ ਸਿੱਖ ਹੈ? ਜੇ ਸਾਨੂੰ ਬਾਣੀ 'ਤੇ ਵਿਸ਼ਵਾਸ ਹੀ ਨਹੀਂ, ਅਸੀਂ ਕਦੇ ਸਿੱਖ? ਅਤੇ ਜਦੋਂ ਬਾਣੀ 'ਤੇ ਵਿਸ਼ਵਾਸ ਹੋ ਜਾਏਗਾ ਕਿ ਬਾਣੀ 'ਤੇ ਆਪ ਹੀ ਰੱਬ ਰੂਪ ਹੈ, ਫਿਰ ਕਿਵੇਂ ਨਹੀਂ ਕੰਮ ਹੋਏਗਾ? ਗੱਲ ਤੇ ਵਿਸ਼ਵਾਸ ਦੀ ਹੈ, ਗੱਲ ਤੇ ਸ਼ਰਧਾ ਭਾਵਨਾ ਦੀ ਹੈ। ਕਬੀਰ ਫਲ ਲਾਗੇ ਫਲਣ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ, ਜੋ ਬੀਚ ਨ ਖਾਹੀ ਕਾਂਬ।
ਕਬੀਰ ਫਲ ਲਾਗੇ ਫਲ, ਫਲਦਾਰ ਬੂਟਿਆਂ ਨੂੰ ਫਲ ਲੱਗਣ ਲੱਗ ਗਏ, ਸਮਾਂ ਆ ਗਿਆ। ਪਾਕਣ ਲੱਗ ਗਏ ਅੰਬ, ਜਿਹੜੇ ਅੰਬ ਸਨ ਪੱਕਣ ਲੱਗ ਪਏ, ਅੰਬ ਪੱਕਣ ਲੱਗ ਪਏ। ਜੈ ਪਹੁੰਚੈ ਖਸਮ ਕੋ, ਜਿਹੜਾ ਮਾਲਕ ਸੀ ਉਹਦੇ ਕੋਲ ਉਹ ਅੰਬ ਤਾਂ ਪਹੁੰਚਣਗੇ ਜੋ ਬੀਚ ਨਾ ਖਾਹੀ ਕਾਂਬ। ਕਾਂਬ ਹੁੰਦਾ ਨੁਕਸ, ਜੇ ਉਹਨਾਂ ਦੇ ਵਿੱਚ ਨੁਕਸ ਨਾ ਹੋਇਆ, ਅੰਬ ਪਿਲਪਲਾ ਹੋ ਗਿਆ ਤਾਂ ਵੀ ਮਾਲੀ ਮਾਲਕ ਕੋਲ ਨਹੀਂ ਲੈ ਕੇ ਜਾਏਗਾ। ਅੰਬ ਜਿਹੜਾ ਹੈ ਦਾਗੀ ਹੋ ਗਿਆ ਤਾਂ ਵੀ ਮਾਲਕ ਕੋਲ ਨਹੀਂ ਲੈ ਕੇ ਜਾਏਗਾ। ਅੰਬ ਕੱਚਾ ਰਹਿ ਗਿਆ ਤਾਂ ਵੀ ਨਹੀਂ ਲੈ ਕੇ ਜਾਏਗਾ। ਅੰਬ ਨੂੰ ਕਿਸੇ ਜਾਨਵਰ ਨੇ ਟੁੱਕ ਦਿੱਤਾ ਹੈ ਉਹ ਤਾਂ ਵੀ ਨਹੀਂ ਲੈ ਕੇ ਜਾਏਗਾ। ਜਿਸ ਅੰਬ 'ਚ ਨੁਕਸ ਹੈ ਉਹ ਮਾਲਕ ਤੱਕ ਨਹੀਂ ਲਿਜਾਇਆ ਜਾਂਦਾ। ਬੜੀ ਵੱਡੀ ਗੱਲ ਸਮਝਾਈ। ਦਾਗੀ ਅੰਬ ਨੂੰ, ਖਰਾਬ ਅੰਬ ਨੂੰ ਮਾਲਕ ਨਹੀਂ ਖਾਂਦਾ, ਮਾਲਕ ਪਸੰਦ ਨਹੀਂ ਕਰਦਾ। ਤੁਸੀਂ ਜਦੋਂ ਫਲ ਖਰੀਦਦੇ ਹੋ, ਇਹ ਦੁਕਾਨਦਾਰ ਬਹੁਤ ਚਲਾਕ ਹੁੰਦੇ ਨੇ ਔਰ ਬੇਈਮਾਨ ਹੁੰਦੇ ਨੇ। ਤੁਸੀਂ ਅੰਬ ਪਸੰਦ ਕਰ ਲਏ, ਮੰਨ ਲਓ ਤੁਸੀਂ 5 ਅੰਬ ਵਧੀਆ ਲੈ ਲਏ, ਤੁਸੀਂ ਕਹਿੰਦੇ ਵੀ 1 ਕਿਲੋ ਅੰਬ ਦੇ ਦੇ, ਉਹ ਵੱਧ ਹੈ, ਉਹ ਥੋੜ੍ਹੇ ਕਿਲੋ ਤੋਂ ਵੱਧ ਹੈ। ਉਹ ਨਾ ਇੱਕ ਅੰਬ ਵੱਡਾ ਵਿੱਚੋਂ ਕੱਢ ਲਏਗਾ ਅਤੇ ਤੁਹਾਨੂੰ ਜਿਹੜਾ ਗੱਲਾਂ ਬਾਤਾਂ ਲਾ ਕੇ ਖਰਾਬ ਅੰਬ ਵਿੱਚ ਰੱਖ ਦੇਗਾ ਅਤੇ ਤੋਲ ਕੇ ਦੇ ਦੇਗਾ, ਅਤੇ ਤੁਸੀਂ ਘਰ ਆ ਕੇ ਦੇਖੋ ਵੀ ਉਹ ਆਦਾ ਪਿਲਪਲਾ ਦੇ ਖਰਾਬ ਦਿੱਤਾ ਅਤੇ ਖਰਾਬ ਦਿੱਤਾ। ਇਸੇ ਤਰ੍ਹਾਂ ਜਿਹੜੇ ਖਰਾਬ ਚੀਜ਼ ਹੁੰਦੀ ਹੈ ਉਹ ਮਾਲਕ ਨਹੀਂ ਪਸੰਦ ਕਰਦਾ ਉਸਨੂੰ। ਅੰਬ ਰਾਹੀਂ ਸਾਨੂੰ ਸਮਝਾਇਆ, ਹੇ ਬੰਦਿਆ, ਜੇ ਤੇਰੇ 'ਚ ਨੁਕਸ ਹੋਏ ਨਾ ਤਾਂ ਜਿਹੜਾ ਤੇਰਾ ਮਾਲਕ ਪਰਮਾਤਮਾ ਨਾ, ਤੂੰ ਉਹਦੇ ਤੱਕ ਨਹੀਂ ਜਾ ਸਕਦਾ। ਜਿਹੜੇ ਬੰਦੇ 'ਚ ਨੁਕਸ ਹੁੰਦੇ ਨਾ ਉਹ ਮਾਲਕ ਤੱਕ ਨਹੀਂ ਪਹੁੰਚ ਸਕਦੇ। ਜਿਹੜੇ ਨੁਕਸ ਰਹਿਤ ਹੁੰਦੇ ਨੇ ਉਹੀ ਫਲ ਪਸੰਦ ਕੀਤਾ ਜਾਂਦਾ ਜਿਸ 'ਚ ਕੋਈ ਨੁਕਸ ਨਾ ਹੋਵੇ, ਉਹੀ ਫਲ ਹਮੇਸ਼ਾ ਪਸੰਦ ਕੀਤਾ ਜਾਂਦਾ। ਤੁਸੀਂ ਕੋਸ਼ਿਸ਼ ਵੀ ਕਰਦੇ ਹੋ ਉਹੀ ਘਰ ਫਲ ਲਿਆਉਣ ਦੀ ਜਿਹੜਾ ਠੀਕ ਠਾਕ ਹੈ। ਹਾਂ, ਦੁਕਾਨਦਾਰ ਠੱਗੀ ਕਰਦੇ ਹੋ, ਗੱਲ ਵੱਖਰੀ ਹੈ, ਤੁਸੀਂ ਆਪਣੇ ਵੱਲੋਂ ਠੀਕ ਚੁਣਿਆ ਸੀ। ਸੋ ਕਹਿੰਦੇ ਜਿਵੇਂ ਦਾਗੀ ਅੰਬ ਮਾਲਕ ਤੱਕ ਨਹੀਂ ਪਹੁੰਚਦਾ ਕਿਉਂਕਿ ਮਾਲਕ ਉਸ ਨੂੰ ਪਸੰਦ ਨਹੀਂ ਕਰਦਾ ਵੀ ਤਾਂ ਦਾਗੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਦਾਗੀ ਹੈ ਉਹ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਜਿੰਨੀ ਮਰਜ਼ੀ ਪਿਆ ਭਜਨ ਬੰਦਗੀ ਕਰੇ, ਜਿੰਨੀ ਮਰਜ਼ੀ ਪਿਆ ਭਜਨ ਬੰਦਗੀ ਕਰੇ, ਅਗਰ ਉਹਦੇ ਵਿੱਚ ਨੁਕਸ ਹੈ ਉਹ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਉਹਨੂੰ ਆਪਣਾ ਨੁਕਸ ਦੂਰ ਕਰਨਾ ਪਏਗਾ। ਗੁਰੂਆਂ ਦੇ ਜੀਵਨ ਪੜ੍ਹੋ, ਉਹਨਾਂ ਨੇ ਕਿਸੇ ਵੀ ਨੁਕਸਦਾਰ ਬੰਦੇ ਨੂੰ ਗੁਰਮੰਤਰ ਨਹੀਂ ਦਿੱਤਾ। ਉਹ ਜਾਣੀ ਜਾਣ ਸਨ। ਪਹਿਲਾਂ ਉਹਦਾ ਨੁਕਸ ਦੂਰ ਕੀਤਾ। ਸੱਜਣ ਠੱਗ ਹੈ, ਆਮ ਲੋਕਾਂ ਵਿਚਾਰੇ ਨਹੀਂ ਪਤਾ ਠੱਗ ਹੈ। ਕਿਉਂ? ਪਹਿਰਾਵਾ ਧਾਰਮਿਕ ਹੈ, ਭਜਨ ਬੰਦਗੀ ਕਰਦਾ ਹੈ, 2 ਧਰਮਸ਼ਾਲਾਵਾਂ ਬਣਾ ਰੱਖੇ, ਮੁਸਲਮਾਨਾਂ ਲਈ ਅੱਡ, ਹਿੰਦੂਆਂ ਲਈ ਅੱਡ, ਰੋਟੀ ਪਾਣੀ ਵੀ ਖਵਾਉਂਦਾ ਆਇਆਂ ਨੂੰ, ਪਰ ਉਹਨੇ ਗੁੰਡੇ ਰੱਖੇ ਹੋਏ ਹਨ। ਉਹ ਜਦੋਂ ਦੇਖਿਆ ਪਤਾ ਲੱਗ ਜਾਂਦਾ ਵੀ ਆਹ ਜਿਹੜਾ ਮੁਸਾਫਰ ਨਾ ਅਮੀਰ ਹੈ, ਇਹਨੇ ਸਵੇਰੇ ਜਾਣਾ। ਪੁੱਛ ਲੈਣ ਗੱਲਾਂ ਬਾਤਾਂ, ਤੂੰ ਕਿੱਥੇ ਜਾਣੇ? ਆਪਣੇ ਗੁੰਡੇ ਰਾਹ 'ਚ ਖੜ੍ਹੇ ਕਰ ਦੇਣੇ ਨੇ ਵੀ ਆ ਜਦੋਂ ਆਊਗਾ ਇਹਨੂੰ ਰਾਹ 'ਚ ਲੁੱਟ ਲਿਓ, ਲੁੱਟ ਲਿਓ। ਇਸ ਲਈ ਲੁੱਟ ਲਿਆ ਕਰਦਾ ਸੀ। ਕਈਆਂ ਨੂੰ ਉੱਥੇ ਹੀ ਲੁੱਟ ਕੇ ਮਾਰ ਦਿਆ ਕਰਦੇ ਸਨ, ਮਾਰ ਕੇ ਦੱਬ ਦੇਣੇ। ਗੁਰੂ ਮਹਾਰਾਜ ਨੂੰ ਪਤਾ ਸੀ ਵੀ ਇਹਨਾਂ ਦੇਖਣ ਨੂੰ ਸੱਜਣ ਐਕਚੁਅਲੀ ਠੱਗ ਹੈ। ਪਹਿਲਾਂ ਉਹਦੀ ਠੱਗੀ ਛਡਾਈ, ਉਸ ਤੋਂ ਤੋਬਾ ਕਰਵਾਈ, ਫਿਰ ਉਹਨੂੰ ਨਾਮ ਦੀ ਦਾਤ ਬਖਸ਼ੀ।
ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ 'ਚ ਨੁਕਸ ਹੈ। ਮੈਂ ਇਹਨੂੰ ਨਾਮ ਦੇ ਗਿਆ, ਪਹਿਲਾਂ ਤਾਂ ਜਪਣਾ ਨੇ, ਜੇ ਜਪਿਆ ਵੀ ਇਹਨੇ ਪਰਮਾਤਮਾ ਤੱਕ ਪਹੁੰਚ ਨਹੀਂ ਸਕਣਾ, ਕਿਉਂਕਿ ਇਹਦੇ ਵਿੱਚ ਨੁਕਸ ਹੈ ਠੱਗੀਆਂ ਕਰਨ ਦਾ। ਕਿਸੇ ਵੀ ਗੁਰੂ ਦਾ ਜੀਵਨ ਪੜ੍ਹ ਲਓ, ਪਹਿਲਾਂ ਉਹਨਾਂ ਨੇ ਬੁਰਾਈ ਛਡਾਈ, ਫਿਰ ਧਰਮ ਵਾਲੇ ਪਾਸੇ ਲਾਇਆ। ਕਿਉਂਕਿ ਪ੍ਰਾਪਤੀ ਤੇ ਤਾਂ ਹੀ ਹੁੰਦੀ ਹੈ ਜੇ ਮਨੁੱਖ ਬੁਰਾਈਆਂ ਛੱਡ ਕੇ ਧਰਮ ਵਾਲੇ ਪਾਸੇ ਲੱਗੇ। ਕਈ ਕਹਿੰਦੇ ਕੋਈ ਨਹੀਂ, ਨਾਮ ਜਪੀ ਜਾਓ ਆਪੇ ਬੁਰਾਈਆਂ ਖਤਮ ਹੋ ਜਾਣੀਆਂ, ਐ ਨਹੀਂ ਹੁੰਦੀਆਂ। ਨੋ, ਇੱਥੇ ਲੋਕ ਜਿਹੜੇ ਨੇ ਨਿਤਨੇਮ ਵੀ ਕਰਦੇ ਨੇ ਅਤੇ ਸ਼ਰਾਬ ਵੀ ਪੀ ਰਹੇ ਹੁੰਦੇ ਨੇ, ਨਿਤਨੇਮ ਵੀ ਕਰਦੇ ਨੇ, ਦਫ਼ਤਰ ਜਾ ਕੇ ਰਿਸ਼ਵਤ ਵੀ ਲੈ ਰਹੇ ਹੁੰਦੇ ਨੇ, ਨਿਤਨੇਮ ਵੀ ਕਰਦੇ ਨੇ ਅਤੇ ਮਿਲਾਵਟ ਵੀ ਕਰ ਰਹੇ ਹੁੰਦੇ ਨੇ। ਨਹੀਂ ਗੱਲ ਬਣਦੀ। ਇਹ ਨਾ ਸੋਚੋ ਕਿ ਬਾਣੀ ਪੜ੍ਹੇ ਨਾਮ ਜਪੀ ਜਾਓ ਅਤੇ ਪਤਾ ਨਹੀਂ ਹਟ ਜਾ, ਆਪੇ ਛੱਡ ਜਾ ਬੰਦਾ ਬੁਰਾਈ। ਨੋ, ਬੁਰਾਈ ਛੱਡਣੀ ਪੈਣੀ, ਬੁਰਾਈ ਛੱਡਣੀ ਪੈਣੀ। ਹੁਣ ਅੱਗੇ ਤੋਂ ਫਿਰ ਸੱਜਣ ਠੱਗ ਨੇ ਤੋਬਾ ਕੀਤੀ ਵੀ ਅੱਗੇ ਤੋਂ ਮੈਂ ਨਹੀਂ ਠੱਗੀਆਂ ਕਰਦਾ। ਫਿਰ ਗੁਰੂ ਮਹਾਰਾਜ ਉਸ ਨੂੰ ਗੁਰਮੰਤਰ ਦਿੱਤਾ ਅਤੇ ਸਭ ਤੋਂ ਪਹਿਲਾਂ ਸਿੱਖ ਧਰਮ ਦਾ ਉਹਨੂੰ ਮੁਲਤਾਨ ਦੇ ਇਲਾਕੇ 'ਚ ਪ੍ਰਚਾਰਕ ਲਾਇਆ। ਅੰਬ ਦੀ ਉਦਾਹਰਨ ਦੇ ਕੇ ਕਬੀਰ ਸਾਹਿਬ ਸਮਝਾਉਂਦੇ ਵੀ ਜਿਹੜਾ ਦਾਗੀ ਅੰਬ ਹੈ ਉਹ ਮਾਲਕ ਤੱਕ ਨਹੀਂ ਪਹੁੰਚਦਾ, ਮਾਲੀ ਉਹਨੂੰ ਮਾਲਕ ਤੱਕ ਨਹੀਂ ਲਿਜਾਂਦਾ, ਕਿ ਮਾਲਕ ਝਿੜਕੇਗਾ ਵ ਤੂੰ ਆ ਲੈ ਮੇਰੇ ਖਾਣ ਲਈ। ਹੈਂ, ਇਸ ਲਈ ਦਾਗੀ ਬੰਦਾ ਕਦੇ ਵੀ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਕੋਈ ਚੋਰ, ਕੋਈ ਡਾਕੂ, ਕੋਈ ਲੁਟੇਰਾ, ਕੋਈ ਠੱਗ, ਕੋਈ ਬਦਮਾਸ਼, ਕੋਈ ਰਿਸ਼ਵਤਖੋਰ, ਮਿਲਾਵਟਖੋਰ, ਨਸ਼ਈ, ਨਸ਼ੇ ਵੇਚਣ ਵਾਲਾ, ਬਲਾਤਕਾਰੀ, ਇਹ ਕਦੇ ਰੱਬ ਤੱਕ ਨਹੀਂ, ਜਿੰਨਾ ਮਰਜ਼ੀ ਪਾਏ ਭਜਨ ਬੰਦਗੀ ਕਰਨ। ਇਹ ਐਵੇਂ ਲੋਕ ਵਿਖਾਵਾ ਹੋਵੇਗਾ। ਪਹਿਲਾਂ ਨੁਕਸ ਛੱਡਣਾ ਪੈਣਾ, ਬੁਰਾਈ ਛੱਡਣੀ ਪੈਣੀ ਹੈ, ਫਿਰ ਅਸਲ ਭਜਨ ਬੰਦਗੀ ਹੁੰਦੀ, ਫਿਰ ਆਤਮਿਕ ਤਰੱਕੀ ਹੁੰਦੀ ਹੈ। ਅਗਰ ਅੰਦਰ ਬੁਰਾਈ ਹੈ, ਆਤਮਿਕ ਤਰੱਕੀ ਨਹੀਂ ਹੁੰਦੀ। ਬੁਰਾਈ ਛੱਡਣੀ ਪੈਣੀ, ਅਤੇ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਮੇਰੀ ਅੰਦਰ ਕਿਹੜੀ ਬੁਰਾਈ ਹੈ, ਉਹ ਛੱਡਣੀ ਪੈਣੀ ਹੈ, ਫਿਰ ਜਾ ਕੇ ਗੱਲ ਬਣਦੀ ਹੈ। ਇਸ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਇਹੀ ਗੱਲ ਸਮਝਾਈ ਹੈ, ਅੰਬ ਦੀ ਉਦਾਹਰਨ ਦੇ ਕੇ ਸਮਝਾਈ ਹੈ। ਕਬੀਰ ਠਾਕਰ ਪੂਜੈ ਮੋਲ ਲੇ, ਮਨ ਹਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾਂ ਖਾਹੇ। ਠਾਕੁਰ ਪਰਮਾਤਮਾ ਨੂੰ ਕਹਿੰਦੇ। ਕਬੀਰ ਠਾਕੁਰ ਪੂਜੈ ਮੋਲ ਲੈ, ਮੁੱਲ ਲੈ ਕੇ ਨਾ ਪੱਥਰ ਦੀ ਮੂਰਤੀ ਕਹਿੰਦੇ ਫਿਰ ਪੂਜਦੇ ਨੇ, ਮੁੱਲ ਲੈ ਕੇ। ਆ ਬਥੇਰੇ ਵਿਕਦੀਆਂ ਨੇ ਸੜਕ ਦੇ ਕੰਢੇ 'ਤੇ, ਉਹ ਜਿਹਨਾਂ ਨੇ ਬਣਾਈਆਂ ਨੇ, ਫਿਰ ਤਾਂ ਮੂਰਤੀ ਉਹਨਾਂ ਨੇ ਦਾ ਭਲਾ ਕਰਦੇ, ਫਿਰ ਉਹ ਤੋਂ ਖਰੀਦ ਕੇ ਘਰ ਲਿਆਉਂਦੇ ਨੇ, ਫਿਰ ਉਹਨੂੰ ਧੂਪ ਬੱਤੀ ਕਰਦੇ ਨੇ। ਉਹ ਰੱਬ ਹੀ ਕਦੇ ਜਿਹੜਾ ਮੁੱਲ ਮਿਲਦਾ, ਫਿਰ ਰੱਬ ਹੋਏਗਾ। ਫਿਰ ਤਾਂ ਮੋਜੇ ਬੜੇ ਅਮੀਰ ਸਾਰੇ ਰੱਬ ਨੂੰ ਖਰੀਦ ਲੈਣ। ਜੇ ਰੱਬ ਪੈਸੇ ਨਾਲ ਮਿਲਦਾ ਹੋਵੇ ਫਿਰ ਤਾਂ ਸਾਰੇ ਅਮੀਰ ਆਪਣੇ ਆਪਣੇ ਵੰਡੇ ਤਾਂ ਆਵੇ ਹੀ ਕੁਛ ਨਾ। ਜਿਵੇਂ ਦੇਖੋ ਅਮੀਰਾਂ ਨੇ ਸਾਰੀ ਸਰਕਾਰ ਹੀ ਖਰੀਦ ਲਈ ਹੈ, ਨਿਬੜਿਆ ਕੰਮ। ਇੱਕ ਅੱਧੇ ਬੰਦੇ ਦੇ ਖਰੀਦਣ ਦੀ ਲੋੜ ਨਹੀਂ, ਸਾਰੀ ਸਰਕਾਰ ਹੀ ਖਰੀਦ ਲਈ ਹੈ। ਸਰਕਾਰ ਖਰੀਦ ਲਈ, ਉਹਦੇ ਨਾਲ ਸਾਰੇ ਕਿਸਾਨ ਆਪਣੇ ਆਪ ਹੀ ਖਰੀਦੇ ਗਏ, ਨਿਬੜਿਆ ਕੰਮ। ਕਿਸਾਨਾਂ ਨੂੰ ਖਰੀਦਣ ਦੀ ਲੋੜ ਹੀ ਨਹੀਂ ਪਈ, ਵੀ ਸਰਕਾਰ ਹੀ ਖਰੀਦ ਲਓ, ਖਰੀਦ ਲੈ ਲੈਣ। ਅਤੇ ਜੇ ਰੱਬ ਮੁੱਲ ਮਿਲਦਾ ਹੁੰਦਾ ਫਿਰ ਤਾਂ ਸਾਰੇ ਅਮੀਰ ਰੱਬ ਨੂੰ ਖਰੀਦ ਲੈਂਦੇ, ਸਾਡੇ ਵੰਡੇ 'ਤੇ ਕੁਛ ਆਉਣਾ ਹੀ ਨਹੀਂ ਸੀ ਹੈਗਾ। ਪਰ ਲੋਕ ਅਗਿਆਨੀ ਨੇ, ਪੱਥਰ ਨੂੰ ਠਾਕੁਰ ਕਹਿੰਦੇ ਨੇ, ਪੱਥਰ ਨੂੰ ਮੁੱਲ ਲੈ ਕੇ ਪੂਜ ਰਹੇ ਹਨ। ਮਨ ਅਠ ਤੀਰਥ ਜਾਹੇ, ਅਤੇ ਤੀਰਥਾਂ ਦੇ ਸ਼ਰਧਾ ਭਾਵਨਾ ਨਾਲ ਨਹੀਂ ਜਾਂਦੇ, ਮਨ ਹਟ ਕਰਕੇ। ਫਲਾਣਾ ਗਿਆ ਮੈਂ ਘੱਟ, ਮੈਂ ਵੀ ਜਾਵਾਂਗਾ। ਜੇ ਬਹੁਤੇ ਸਾਰੇ ਲੋਕ ਵਿਆਹ ਸ਼ਾਦੀ ਤੋਂ ਪਹਿਲਾਂ ਘਰ ਅਖੰਡ ਪਾਠ ਰਖਾ ਲਈਦੇ ਨੇ,
ਸਿਰਫ ਫਾਰਮੈਲਿਟੀ ਪੂਰੀ ਕਰਨ ਲਈ ਵੀ ਹਾਂ ਲੋਕ ਰਖਾਉਂਦੇ ਨੇ, ਵਿਆਹ ਤੋਂ ਪਹਿਲਾਂ ਆਪਾਂ ਵੀ ਰਖਾ ਲਓ, ਆਪਾਂ ਵੀ ਰਖਾ ਲਓ। ਤੇ ਰਖਾਉਂਦੇ ਕਦੋਂ ਨੇ? ਜਦੋਂ ਅਗਲੇ ਦਿਨ ਵਿਆਹ ਹੋਣਾ ਹੁੰਦਾ। ਉਹ ਸਾਰੇ ਪ੍ਰਾਹੁਣੇ ਆਏ ਹੁੰਦੇ ਨੇ, ਆਪਣਾ ਰੌਲਾ ਜਿਹਾ ਪਾਈ ਜਾਂਦੇ ਨੇ। ਉਹ ਪਾਠੀ ਵਿਚਾਰਾ ਕਿ ਨਾ ਕੋਈ ਸੁਣਦਾ ਉਹਦਾ ਪਾਠ, ਨਾ ਉਹਨੂੰ ਚੱਜ ਨਾਲ ਕਰਨ ਦਿੰਦੇ ਨੇ। ਸਾਡੇ ਪਾਠੀ ਇੱਕ ਵਾਰੀ ਕਿਤੇ ਘਰ ਖੰਡ ਪਾਠ ਕਰਨ ਚਲੇ ਗਏ। ਕਹਿੰਦੇ ਬਾਬਾ ਜੀ ਉਹ ਉਹਨਾਂ ਦੇ ਨਾ ਵਿਆਹ ਹੋਣਾ ਸੀ ਇੱਕ ਅਗਲੇ ਦਿਨ, ਉਹ ਤਾਂ ਸਾਰੇ 48 ਘੰਟੇ ਰੌਲਾ ਹੀ ਪਾਈ ਗਏ ਉਹਨਾਂ ਦੇ ਰਿਸ਼ਤੇਦਾਰ। ਕਿਸੇ ਨੇ ਆ ਕੇ ਇੱਕ ਲਾਈਨ ਨਹੀਂ ਸਾਡੀ ਸੁਣੀ, ਅਤੇ ਰੌਲੇ 'ਚ ਸਾਨੂੰ ਵੀ ਕੋਈ ਆਨੰਦ ਨਹੀਂ ਆਇਆ ਪਾਠ ਕਰਨ ਦਾ। ਫਾਰਮੈਲਿਟੀਆਂ ਨੇ ਜਿਹਨਾਂ ਨੂੰ ਹੌਲੀ ਹੌਲੀ ਸਤ ਸੰਗਤ ਕਰਕੇ ਗਿਆਨ ਹੋ ਗਿਆ ਨਾ, ਉਹ 10-12 ਦਿਨ ਵਿਆਹ ਤੋਂ ਪਹਿਲਾਂ ਪਾਠ ਰਖਾਉਂਦੇ ਨੇ ਵੀ ਭਾਈ ਚਲੋ ਬੈਠ ਕੇ ਸੁਣਾਂਗੇ 2 ਘੜੀਆਂ, ਸੇਵਾ ਕਰਾਂਗੇ ਪਾਠੀ ਦੀ। ਉਦੋਂ ਤਾਂ ਫਿਰ ਪ੍ਰਾਹੁਣੇ ਆ ਜਾਂਦੇ, ਪ੍ਰਾਹੁਣੇ ਨੂੰ ਸਾਂਭਾਂਗੇ, ਗੁਰੂ ਮਹਾਰਾਜ ਨੂੰ ਸਾਂਭਾਂਗੇ। ਜਿਹਨਾਂ ਥੋੜ੍ਹੀ ਜਿਹੀ ਫਿਰ ਅਕਲ ਆ ਗਈ ਹੈ ਉਹ ਕਈ ਦਿਨ ਪਹਿਲਾਂ ਪਾਠ ਕਰਾ ਲੈਂਦੇ। ਨਹੀਂ ਤਾਂ ਪੈਸਾ ਨਹੀਂ ਤਾਂ ਬਹੁਤੇ ਲੋਕ ਕੀ ਕਰਦੇ ਨੇ, ਮਨ ਅਠ ਤੀਰਥ ਜਾਹੇ, ਮਨ ਦੇ ਹਠ ਕਾਰਨ ਤੀਰਥਾਂ ਦੇ ਜਾਂਦੇ ਨੇ। ਦੇਖਾ ਦੇਖੀ ਸੁਆਂਗ ਧਰ, ਸੁਆਂਗ ਦੇ ਨਕਲ, ਜਿਵੇਂ ਦੂਜੇ ਕਰ ਰਹੇ ਹੁੰਦੇ ਨੇ ਉਵੇਂ ਉਹ ਵੀ ਕਰ ਰਹੇ ਹੁੰਦੇ ਨੇ। ਇੱਕ ਸੂਰਜ ਨੂੰ ਪਾਣੀ ਦੇ ਰਿਹਾ, ਦੂਜਾ ਵੀ ਦੇ ਰਿਹਾ, ਤੀਜਾ ਵੀ ਦੇ ਰਿਹਾ, ਚੌਥਾ ਵੀ ਦੇ ਰਿਹਾ, ਪੰਜਵਾਂ ਵੀ ਦੇ ਰਿਹਾ। ਗੁਰੂ ਨਾਨਕ ਦੇਵ ਚਲੇ ਗਏ, ਦੇਖਿਆ ਵੀ ਤਾਂ ਲੋਕ ਨੂੰ ਸੂਰਜ ਨੂੰ ਪਾਣੀ ਦੇ ਰਹੇ ਨੇ। ਸੂਰਜ ਹੁਣ ਪੂਰਬ ਵਾਲੇ ਪਾਸੇ, ਗੁਰੂ ਨਾਨਕ ਦੇਵ ਨੇ ਪੱਛਮ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰਤਾ। ਉਸ ਰੌਲਾ ਪੈ ਗਿਆ, ਆ ਕਿਹੜਾ ਪਾਗਲ ਆ ਗਿਆ ਹੈ, ਆਹ ਕਿਹੜਾ ਪਾਗਲ ਹੈ, ਇਹ ਤਾਂ ਪੱਛਮ ਵਾਲੇ ਪਾਸੇ ਨੂੰ ਪਾਣੀ ਦੇ ਰਿਹਾ ਹੈ। ਜੋ ਕਾਫੀ ਸਾਰਾ ਇਕੱਠ ਹੋ ਗਿਆ, ਗੁਰੂ ਉਹ ਕਹਿੰਦੇ ਬਈ ਤੁਸੀਂ ਇਹ ਪੱਛਮ ਵਾਲੇ ਪਾਸੇ ਨੂੰ ਪਾਣੀ ਕਿਉਂ ਲਾ ਰਹੇ ਹੋ? ਕਹਿੰਦੇ ਮੇਰਾ ਨਾ ਪੱਛਮ ਵਾਲੇ ਪਾਸੇ ਇੱਥੋਂ 200 ਮੀਲ ਦੂਰ ਖੇਤ ਹੈ, ਉਹ ਸੁੱਕ ਰਿਹਾ ਸੀ, ਮੈਂ ਕਹਿੰਦੇ ਪਾਣੀ ਲਾ ਰਿਹਾ ਉਸ ਨੂੰ। 200 ਮੀਲਾਂ ਤੱਕ ਕਿਵੇਂ ਪਾਣੀ ਜਾਵੇਗਾ? ਉਹ ਕਹਿੰਦੇ ਸੂਰਜ ਕਿੰਨੀ ਦੂਰ ਹੈ ਪਹਿਲਾਂ? ਉਹ ਤਾਂ ਜੀ ਕਰੋੜਾਂ ਮੀਲ ਦੂਰ ਹੈ। ਕਿ ਜੇ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਸੂਰਜ ਤੱਕ ਜਾ ਸਕਦਾ ਤਾਂ ਮੇਰਾ ਪਾਣੀ 200 ਮੀਲ ਤੱਕ ਕਿਉਂ ਨਹੀਂ ਜਾ ਸਕਦਾ? ਦੱਸਿਆ ਵੀ ਤੁਸੀਂ ਵਿਅਰਥ ਦੇ ਕੰਮ ਕਰ ਰਹੇ ਹੋ। ਮਨੁੱਖ ਬਹੁਤ ਸਾਰੇ ਧਾਰਮਿਕ ਬੰਦੇ ਆਪਣੇ ਕਲਾਉਣੇ ਵਿਅਰਥ ਦੇ ਕੰਮ ਕਰਦੇ ਨੇ, ਜਿਨ੍ਹਾਂ ਦਾ ਨਾ ਕੋਈ ਮਗਰ ਲੌਜਿਕ ਹੀ ਕੋਈ ਨਹੀਂ ਹੈ ਵੀ ਕਿਉਂ ਕਰ ਰਹੇ ਹੋ ਜੀ ਤੁਸੀਂ, ਵੀ ਕੰਮ ਕਿਉਂ ਕਰ ਰਹੇ ਹੋ? ਕੋਈ ਸੂਰਜ ਨੂੰ ਪੂਜ ਰਿਹਾ ਵੀ ਦੱਸ, ਉਹ ਕੋਈ ਦੇਵੀ ਦੇਵਤਾ ਵੀ ਜਿਹਨੂੰ ਪੂਜਦੇ ਹੋ? ਉਹ ਤਾਂ ਅੱਗ ਦਾ ਗੋਲਾ ਹੈ, ਉਹ ਤਾਂ ਇੱਕ ਅੱਗ ਦਾ ਗੋਲਾ ਹੈ ਜਿਹੜਾ ਸਾਨੂੰ ਚਾਨਣ ਦੇ ਰਿਹਾ ਹੈ। ਉਹ ਕੋਈ ਦੇਵੀ ਦੇਵਤਾ ਥੋੜ੍ਹਾ ਹੀ ਹੈ। ਸਾਡੇ ਕੋਈ ਉਹ ਗੱਲ ਕੋਈ ਥੋੜ੍ਹੇ ਸੁਣ ਰਿਹਾ ਜਾਂ ਵੇਖ ਰਿਹਾ ਸੂਰਜ ਵੀ ਹਾਂ ਮੈਨੂੰ ਮੱਥੇ ਟੇਕਦੇ ਨੇ, ਪਰ ਨਹੀਂ। ਦੇਖੋ ਦੇਖੀ ਤਾਂ ਉਹ ਕਹਿੰਦੇ ਦੇਖਾ ਦੇਖੀ ਸੁਆਂਗ ਧਰ, ਦੇਖਾ ਦੇਖੀ ਨਕਲ ਇੱਕ ਦੂਜੇ ਦੀ ਕਰਦੇ ਨੇ। ਭੁੱਲੇ ਭਟਕਾਂ ਖਾਹੇ, ਇਹ ਵਿਚਾਰੇ ਭੁੱਲੇ ਹੋਏ ਨੇ, ਧੱਕੇ ਖਾ ਰਹੇ ਨੇ। ਆਇਆ ਸੀ ਪਰਮਾਤਮਾ ਦਾ ਨਾਮ ਜਪਣ, ਬਸ ਹੋਰਾਂ ਕੰਮਾਂ 'ਚ ਲੱਗ ਲੁੱਗ ਗਏ ਨੇ। ਸਿੱਖ ਧਰਮ 'ਚ ਇਸ ਲਈ ਕਿ ਹੋਰ ਕੁਛ ਕਰਨ ਦੀ ਤੁਹਾਨੂੰ ਲੋੜ ਨਹੀਂ। ਤੁਸੀਂ 10 ਨੌਂ ਦੀ ਕਿਰਤ ਕਰੋ, ਬਾਣੀ ਪੜ੍ਹੋ, ਨਾਮ ਜਪੋ, ਬਸ। ਕੋਈ ਹੋਰ ਫਜ਼ੂਲ ਦੇ ਕਰਮ ਕਾਂਡ ਕਰਨ ਦੀ ਲੋੜ ਨਹੀਂ। ਕੋਈ ਵਰਤ ਰੱਖਣ ਦੀ ਲੋੜ ਨਹੀਂ, ਕੋਈ ਇੱਕ ਲੱਤ 'ਤੇ ਖਲੋਣ ਦੀ ਲੋੜ ਨਹੀਂ, ਕੋਈ ਪੁੱਠੇ ਲਟਕਣ ਦੀ ਲੋੜ ਨਹੀਂ, ਕੋਈ ਧੁੱਪੇ ਬੈਠਣ ਦੀ ਲੋੜ ਨਹੀਂ, ਕੋਈ 100 ਘੜਾ ਜਲ ਧਾਰਾ ਕਰਨ ਦੀ ਲੋੜ ਨਹੀਂ, ਕੋਈ ਜੰਗਲਾਂ ਜਾਣ ਦੀ ਲੋੜ ਨਹੀਂ, ਪਹਾੜਾਂ ਦੀ ਗੁਫਾਵਾਂ 'ਚ ਜਾਣ ਦੀ ਲੋੜ ਨਹੀਂ ਹੈਗੇ। ਸਭ ਵਿਅਰਥ ਦੇ ਕੰਮ ਗੁਰੂ ਨਾਨਕ ਨੇ ਬੰਦ ਕਰਵਾਤੇ। ਕੋਈ ਮੜੀਆਂ ਮਸਾਣਾਂ ਨੂੰ ਨਹੀਂ ਪੂਜਣਾ ਹੈ, ਕੋਈ ਮੜੀਆਂ ਮਸਾਣਾ ਕਬਰਾਂ ਨੂੰ ਨਹੀਂ ਪੂਜਣਾ ਹੈ, ਪਰਮਾਤਮਾ ਨੂੰ ਪੂਜਣਾ ਹੈ। ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ।
ਸਿੱਖ ਨੇ ਪੂਜਾ ਕਰਨੀ ਪਰਮਾਤਮਾ ਦੀ, ਪਿਆਰ ਸਤਿਕਾਰ ਕਰਨਾ ਸ਼ਬਦ ਗੁਰੂ ਨੂੰ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਦਰਸ਼ਨ ਕਰਨੇ ਖਾਲਸੇ ਦੇ ਕਰਨੇ। ਕਿਉਂਕਿ ਦਸਮ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋਂ ਕਰੋ ਨਿਵਾਸ। ਖਾਲਸੇ ਦੇ ਦਰਸ਼ਨ ਕਰ ਲੈ, ਸਮਝ ਦਸਮ ਪਾਤਸ਼ਾਹ ਦੇ ਦਰਸ਼ਨ ਕਰ ਲੈ। ਖਾਲਸੇ ਦੇ ਦਰਸ਼ਨ ਕਰਨੇ ਨੇ, ਪਿਆਰ ਬਾਣੀ ਨਾਲ ਕਰਨਾ ਹੈ, ਪੂਜਾ ਅਕਾਲ ਪੁਰਖ ਦੀ ਕਰਨੀ, ਅਤੇ ਫਿਰ ਜੋ ਬਾਣੀ ਕਹਿੰਦੀ ਹੈ ਉਹਦੇ ਅਨੁਸਾਰ ਜੀਵਨ ਜਿਉਣਾ ਹੈ। ਦੇਖਾ ਦੇਖੀ ਨਹੀਂ ਕਰਨਾ ਵੀ ਫਲਾਣਾ ਐਂ ਕਰ ਰਿਹਾ ਮੈਂ ਵੀ ਕਰਨਾ। ਜੋ ਗੁਰੂ ਮਹਾਰਾਜ ਕਹਿੰਦੇ ਨੇ ਬਸ ਉਹੀ ਕੁਛ ਕਰਨਾ। ਇਸ ਲਈ ਕਬੀਰ ਸਾਹਿਬ ਕਹਿੰਦੇ ਇਹ ਫਜ਼ੂਲ ਦੇ ਕੰਮ ਤੁਸੀਂ ਛੱਡੋ। ਕਬੀਰ ਪਾਹਨ ਪਰਮੇਸ਼ਰ ਕੀਆ। ਇਹ ਪਰਮੇਸ਼ਰ ਇੱਕ ਪਰਮੇਸ਼ਰ ਹੈ, ਸੱਸੇ ਨੂੰ ਔਂਕੜ। ਕਈ ਥਾਂ ਸੱਸੇ ਨੂੰ ਔਂਕੜ ਨਹੀਂ, ਸਿਰ ਰਾਰੇ ਨੂੰ ਔਂਕੜ ਹੈ। ਜੇ ਸੱਸੇ ਨੂੰ ਔਂਕੜ ਨਹੀਂ ਤਾਂ ਫਿਰ ਪੜ੍ਹਨਾ ਪਰਮੇਸ਼ਰ। ਜੇ ਸੱਸੇ ਨੂੰ ਔਂਕੜ ਲੱਗੇ ਫਿਰ ਪੜ੍ਹਨਾ ਪਰਮੇਸ਼ਰ। ਅਰਥ ਦੋਨਾਂ ਦਾ ਪਰਮਾਤਮਾ ਹੈ। ਪਰ ਜੇ ਸੱਸੇ ਨੂੰ ਔਂਕੜ ਲੱਗੇ ਫਿਰ ਇਹਨੂੰ ਪਰਮੇਸ਼ਰ ਨਹੀਂ ਪੜ੍ਹਨਾ, ਫਿਰ ਹੈ ਪਰਮੇਸ਼ਰ। ਜੇ ਸੱਸੇ ਨੂੰ ਔਂਕੜ ਨਹੀਂ ਫਿਰ ਪੜ੍ਹਨਾ ਪਰਮੇਸ਼ਰ। ਫਿਰ ਸੱਸੇ ਪੈਰ ਬਿੰਦੀ ਲਾ ਕੇ ਪੜ੍ਹਨਾ, ਨਹੀਂ ਤਾਂ ਬਿੰਦੀ ਨਹੀਂ ਲਾਉਣੀ। ਹਨ ਹਿੰਦੀ ਦੇ ਦੋਨੋਂ ਸ਼ਬਦ। ਪਾਹਨ ਪੱਥਰ ਨੂੰ ਕਹਿੰਦੇ ਨੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪ੍ਰਵਾਸੇ ਜੋ ਰਹੇ, ਬੂਢੇ ਕਾਲੀ ਧਾਰ। ਕਾਲੀ ਧਾਰ ਦਾ ਬਹੁਤ ਡੂੰਘਾ ਪਾਣੀ। ਕਹਿੰਦੇ ਇਹਨਾਂ ਲੋਕਾਂ ਨੇ ਪੱਥਰ ਨੂੰ ਨਾ ਰੱਬ ਬਣਾਇਆ ਹੋਇਆ। ਕਬੀਰ ਪਾਹਨ ਪਰਮੇਸ਼ਰ ਕੀਆ, ਪੱਥਰ ਨੂੰ ਇਹ ਰੱਬ ਸਮਝਦੇ ਨੇ। ਪੂਜੈ ਸਭ ਸੰਸਾਰ, ਇਹ ਸਾਰੇ ਲੋਕ ਉਸ ਪੱਥਰ ਨੂੰ ਰੱਬ ਸਮਝ ਕੇ ਪੂਜ ਰਹੇ ਨੇ, ਉਹਨੂੰ ਰੱਬ ਸਮਝ ਕੇ ਪੂਜ ਰਹੇ ਨੇ। ਇਸ ਪ੍ਰਵਾਸੇ ਜੋ ਰਹੇ, ਜਿਹੜਾ ਕਿ ਇਹ ਪੱਥਰ ਜਿਹਨੂੰ ਮੈਂ ਰੱਬ ਕਹਿੰਦਾ ਇਹ ਮੈਨੂੰ ਤਾਰੇਗਾ। ਜਿਹੜਾ ਇਸ ਪ੍ਰਵਾਸੇ ਰਹੇਗਾ ਨਾ, ਬੂਢੇ ਕਾਲੀ ਧਾਰ, ਉਹ ਤੇ ਬਹੁਤ ਡੂੰਘੇ ਪਾਣੀ 'ਚ ਡੁੱਬ ਜਾਣਗੇ। ਬੂਢੇ ਮੈਨੇ ਡੁੱਬ ਗਏ, ਉਹ ਤੇ ਡੂੰਘੇ ਪਾਣੀ ਡੁੱਬ ਜਾਣਗੇ। ਜਿਹੜਾ ਪੱਥਰ ਨੂੰ ਰੱਬ ਸਮਝੀ ਬੈਠਾ ਹੈ। ਕਿ ਲੋਕ ਪੱਥਰ ਨੂੰ ਰੱਬ ਸਮਝ ਕੇ ਪੂਜੀ ਜਾਂਦੇ ਨੇ। ਆਪ ਹੀ ਮੂਰਤੀ ਬਣਾ ਕੇ ਮਨੁੱਖ ਆਪ ਹੀ ਉਹਨੂੰ ਪੂਜਣ ਲੱਗ ਜਾਂਦਾ ਹੈ। ਵੀ ਤੇਰੀ ਚੀਜ਼ ਬਣਾਈ, ਤੇਰੇ ਤੋਂ ਵੱਡੀ ਕਿਵੇਂ ਹੋ ਸਕਦੀ ਵੀ? ਮੈਂ ਆਪ ਹੀ ਤਸਵੀਰ ਬਣਾਵਾਂ ਅਤੇ ਆਪ ਹੀ ਦੇ ਕੇ ਮੱਥਾ ਟੇਕੀ ਜਾਵਾਂ। ਹੈ ਵੀ ਤੇਰੀ ਬਣਾਈ ਹੋਈ ਚੀਜ਼ ਤੇਰੇ ਤੋਂ ਵੱਡੀ ਕਿਵੇਂ ਹੋ ਸਕਦੀ ਹੈ? ਆਪ ਹੀ ਬਣਾ ਕੇ ਫਿਰ ਉਸੇ ਤੋਂ ਹੀ ਡਰੀ ਜਾਣਾ। ਆਪ ਹੀ ਬਣਾਈ ਹੈ ਮੂਰਤੀ, ਆਪ ਹੀ ਬਣਾਈ ਹੈ, ਆਪ ਹੀ ਉਹਦੇ ਅੱਗੇ ਮੱਥੇ ਟੇਕੀ ਜਾਂਦਾ ਬੰਦਾ। ਕਮਾਲ ਦਾ ਬੰਦਾ, ਕਮਾਲ ਦਾ ਮਨੁੱਖ, ਕਮਾਲ ਦਾ। ਕਹਿੰਦੇ ਇਸ ਲਈ ਇਹ ਸੰਸਾਰ ਹੈ, ਇਹ ਪੱਥਰ ਨੂੰ ਰੱਬ ਸਮਝ ਕੇ ਪੂਜੀ ਜਾ ਰਿਹਾ ਹੈ। ਜਿਹੜਾ ਇਸ ਪ੍ਰਵਾਸੇ 'ਤੇ ਰਹੇਗਾ ਨਾ ਵੀ ਇਹ ਪੱਥਰ ਦਾ ਰੱਬ ਮੈਨੂੰ ਤਾਰੇਗਾ, ਕਹਿੰਦੇ ਉਹਨੇ ਤੁਹਾਨੂੰ ਤਾਰਨਾ ਨਹੀਂ, ਸਗੋਂ ਬੂਢੇ ਕਾਲੀ ਧਾਰ, ਤੁਸੀਂ ਬਹੁਤ ਡੂੰਘੇ ਪਾਣੀ 'ਚ ਡੁੱਬ ਜਾਵੋਗੇ। ਪੱਥਰ ਰੱਬ ਨਹੀਂ ਹੋਇਆ ਕਦੇ, ਰੱਬ ਪੱਥਰ ਨਹੀਂ ਹੋਇਆ ਕਰਦਾ। ਅਜੇ ਆਪਣੇ ਤਸਵੀਰਾਂ ਬਣਾ, ਮੁਸਲਮਾਨ ਤਸਵੀਰ ਵੀ ਨਹੀਂ ਬਣਾਉਣ ਦੇਗਾ ਕਿਸੇ ਗੁਰੂ ਦੀ ਆਪਣੇ ਦੀ। ਕਹਿੰਦੇ ਫਿਰ ਤੁਸੀਂ ਤਸਵੀਰਾਂ ਨੂੰ ਪੂਜਣ ਲੱਗ ਜਾਓ। ਉਹ ਤਸਵੀਰ ਨਹੀਂ ਬਣਾਉਂਦੇ, ਮੂਰਤੀ ਤਾਂ ਵੈਸੇ ਹੀ ਨਹੀਂ ਉਹ ਬਣਾਉਂਦੇ। ਕਹਿੰਦੇ ਰੱਬ ਦੀ ਕਦੇ ਮੂਰਤੀ ਬਣ ਸਕਦੀ ਹੈ? ਰੱਬ ਕੋਈ ਬੰਦਾ ਕਿ ਜਨਾਨੀ ਹੈ ਵੀ ਜੇ ਤੁਸੀਂ ਮੂਰਤੀ ਬਣਾ ਲਓਗੇ? ਹਾਂਜੀ, ਰੱਬ ਦੀ ਨਾ ਕੋਈ ਤਸਵੀਰ ਬਣ ਸਕਦੀ ਹੈ, ਨਾ ਕੋਈ ਮੂਰਤੀ ਬਣ ਸਕਦੀ ਹੈ। ਕਿਉਂਕਿ ਰੱਬ ਕੋਈ ਵਿਅਕਤੀ ਨਹੀਂ ਹੈ। ਜੇ ਤਾਂ ਵਿਅਕਤੀ ਹੋਵੇ ਰੱਬ, ਫਿਰ ਤਾਂ ਜਿਹਨੇ ਦੇਖਿਆ ਉਹ ਬਣਾ ਲੈਂਦਾ ਉਸ ਨੂੰ, ਇਹੋ ਜਿਹਾ ਰੱਬ ਹੈ। ਉਹ ਤਾਂ ਸ਼ਕਤੀ ਹੈ। ਕਬੀਰ ਕਾਗਦ ਕੀ ਓਬਰੀ, ਮਸ ਕੇ ਕਰਮ ਕਪਾਟ।
ਪਾਹਨ ਬੋਰੀ ਪ੍ਰਿਥਵੀ, ਪੰਡਤ ਪਾੜੀ ਬਾਟ। ਕਾਗਜ਼ ਨੂੰ ਕਹਿੰਦੇ ਨੇ। ਓਬਰੀ ਹੁੰਦਾ ਕੋਠੜੀ, ਕਾਗਜ਼ ਦੀ ਕੋਠੜੀ ਹੈ। ਪੰਡਤਾਂ ਜਿਹੜੇ ਧਾਰਮਿਕ ਗ੍ਰੰਥ ਨੇ, ਐ ਸਮਝੋ ਇਹ ਕਾਗਜ਼ ਦੀ ਕੋਠੜੀ ਹੈ। ਮਸ ਸਿਆਹੀ ਨੂੰ ਕਹਿੰਦੇ ਨੇ। ਮਸ ਕੇ ਕਰਮ ਕਪਾਟ, ਸਿਆਹੀ ਨਾਲ ਉਸ ਕਾਗਜ਼ 'ਤੇ ਲਿਖੇ ਹੋਏ ਕਰਮ ਕਾਂਡ, ਇਹ ਕਪਾਟ, ਇਹ ਦਰਵਾਜ਼ੇ ਲੱਗੇ ਹੋਏ ਨੇ ਉਸ ਕੋਠੜੀ ਨੂੰ। ਕਾਗਜ਼ ਦੀ ਕੋਠੜੀ ਹੈ, ਉਸ 'ਤੇ ਕਰਮ ਕਾਂਡ ਲਿਖ ਕੇ ਉਹਨੂੰ ਦਰਵਾਜ਼ੇ ਲਾਏ ਹੋਏ ਹਨ। ਪਾਹਨ ਬੋਰੀ ਪ੍ਰਿਥਵੀ, ਇਹਨਾਂ ਪੰਡਤਾਂ ਨੇ ਲੋਕਾਂ ਨੂੰ ਮੂਰਤੀ ਪੂਜਾ 'ਤੇ ਲਾਤਾ। ਪੱਥਰ ਦੀਆਂ ਮੂਰਤੀਆਂ ਬਣਾ ਕੇ ਪੂਜਣ ਲਾਤਾ। ਪੱਥਰ ਨੇ ਇਹਨਾਂ ਲੋਕਾਂ ਨੂੰ ਡੋਬਤਾ, ਤਾਰਿਆ ਨਹੀਂ ਕਿਸੇ ਨੂੰ। ਸਗੋਂ ਪਾਹਨ ਬੋਰੀ, ਬੋਰੀ ਮੈਨੇ ਡੋਬ ਦਿੱਤੀ। ਪਾਹਨ ਪੱਥਰ ਨੇ, ਪ੍ਰਿਥਵੀ, ਇਹਨਾਂ ਪੱਥਰਾਂ ਨੇ ਤਾਂ ਸਗੋਂ ਲੋਕਾਂ ਨੂੰ ਡੋਬਤਾ। ਅਤੇ ਉਹ ਪੰਡਤ ਜਿਹੜਾ ਕਹਿੰਦਾ ਸੀ ਮੂਰਤੀ ਪੂਜਾ ਕਰੋ, ਉਹ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਪਾੜੀ ਬਾਟ, ਉਹ ਲੋਕਾਂ ਨੂੰ ਰਸਤੇ 'ਚ ਲੁੱਟ ਰਿਹਾ ਹੈ। ਕਦੇ ਕਹਿੰਦੇ ਤੇਰੇ 'ਤੇ ਫਲਾਣਾ ਗ੍ਰਹਿ ਹੈ, ਕਦੇ ਕਹਿੰਦਾ ਆਹ ਨਹੀਂ, ਤੇਰੇ 'ਤੇ ਸਮਾਂ ਨਹੀਂ ਠੀਕ ਚੱਲ ਰਿਹਾ, ਤੇਰੇ 'ਤੇ ਫਲਾਣਾ ਠੀਕ ਹੈ। ਉਹ ਅਗਲਾ ਡਰ ਜਾਂਦਾ ਹੈਗਾ, ਫਿਰ ਉਹਨਾਂ 'ਤੇ ਪੈਸੇ ਲੈਂਦੇ ਨੇ। ਇਹ ਪੈਸੇ ਲੈਂਦੇ ਕਈ ਦਿਨ 'ਤੇ ਕਾਲ ਸਰਪ ਯੋਗ ਹੈ। ਉਹਨਾਂ ਨੂੰ ਪਤਾ ਕੀ ਹੈ, ਸਭ ਤੋਂ ਭੈੜਾ ਜਿੰਨੇ ਗ੍ਰਹਿ ਨੇ ਉਸ ਕਾਲ ਸਰਪ ਯੋਗ ਨੂੰ ਕਹਿੰਦੇ ਨੇ। ਮਤਲਬ 20-20 ਹਜ਼ਾਰ ਰੁਪਈਆ ਲੈਂਦੇ ਨੇ ਉਹਨੂੰ ਦੂਰ ਕਰਨ ਦਾ ਪ੍ਰਭਾਵ ਉਹਦਾ। ਇਹ ਕੌਣ ਜਾਂਦੇ ਨੇ ਲੋਕ ਉਹਨਾਂ ਕੋਲ, ਜਿਨ੍ਹਾਂ ਨਾ ਬਾਣੀ ਪੜ੍ਹਦੇ ਨੇ ਨਾਮ ਜਪਣੇ। ਹੁਣ ਨਾਮ ਬਾਣੀ ਦੇ ਅੱਗੇ ਕਿਹੜਾ ਗ੍ਰਹਿ ਠਹਿਰ ਜਾਏਗਾ? ਬਾਣੀ ਦਾ ਨਿਰੰਕਾਰ ਹੈ, ਰੱਬ ਦੇ ਅੱਗੇ ਕੋਈ ਗ੍ਰਹਿ ਠਹਿਰ ਜਾਏਗਾ ਕੋਈ? ਇਹ ਸ਼ਨੀ ਗ੍ਰਹਿ ਜੀ, ਤੇਰੇ 'ਤੇ ਮੰਗਲ ਗ੍ਰਹਿ ਜੀ, ਤੇਰੇ 'ਤੇ ਫਲਾਣਾ ਗ੍ਰਹਿ ਜੀ। ਬਾਣੀ ਪੜ੍ਹਨ ਵਾਲੇ ਦੇ ਨਾਮ ਜਪਣ 'ਤੇ ਕੋਈ ਗ੍ਰਹਿ ਗੁਰੂ ਅਸਰ ਨਹੀਂ ਕਰਦਾ ਹੈ। ਸਿੱਧਾ ਹਿਸਾਬ ਹੈ। ਹੁਣ ਤੇ ਜੰਮ ਨਹੀਂ ਲੈਣ ਆਉਂਦੇ, ਗ੍ਰਹਿ ਨੇ ਕਿਆ ਕਰਨਾ? ਜੰਮ ਇੰਨੀ ਤਾਕਤ ਦੀ ਜੰਮ 'ਚ ਦਾਰੇ ਵਰਗੇ ਪਹਿਲਵਾਨ ਨੂੰ ਢਾਹ ਲੈਂਦੇ, ਜਿੰਦ ਕੱਢ ਕੇ ਲੈ ਜਾਂਦੇ ਨੇ, ਇੰਨੇ ਤਕੜੇ ਹੁੰਦੇ ਨੇ ਉਹ। ਦਾਰੇ ਨੇ ਸੰਸਾਰ ਦੇ ਸਾਰੇ ਪਹਿਲਵਾਨ ਢਾਹਤੇ ਸਨ। ਸੰਸਾਰ ਦਾ ਸਭ ਤੋਂ ਵੱਡਾ ਪਹਿਲਵਾਨ ਦਾਰਾ ਗਿਣਿਆ ਗਿਆ। ਜੰਮ ਉਹਨੂੰ ਵੀ ਲੈ ਗਏ, ਆ ਜਾ ਵੀ ਸੱਜਣਾ। ਦਾਰਾ ਉਹਨਾਂ ਅੱਗੇ ਕੁਛ ਨਹੀਂ ਕਰ ਸਕਿਆ, ਇੰਨੀ ਤਾਕਤ ਉਹਨਾਂ 'ਚ ਹੁੰਦੀ। ਪਰ ਨਾਮ ਜਪਣ ਵਾਲੇ, ਬਾਣੀ ਪੜ੍ਹਨ, ਜੰਮ ਵੀ ਕੁਛ ਨਹੀਂ ਕਹਿੰਦੇ, ਉਹ ਵੀ ਡਰਦੇ ਨੇ। ਉਹ ਬੰਦੇ ਤੋਂ ਨਹੀਂ ਡਰਦੇ, ਬੰਦੇ ਜਿਹੜੀ ਬਾਣੀ ਪੜ੍ਹੀ ਹੈ, ਨਾਮ ਜਪੇ ਨਾ, ਉਸ ਤੋਂ ਜਮਦੂਤ ਡਰਦੇ ਨੇ। ਨਾਮ ਬਾਣੀ 'ਚ ਇੰਨੀ ਤਾਕਤ ਹੈ ਵੀ ਜਮਦੂਤ ਵੀ ਡਰਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭਗ ਜਾਈ, ਤੇਰਾ ਤਪ ਤੇਜ ਵੇਖ ਕੇ ਜਮਦੂਤ ਭੱਜ ਜਾਂਦੇ ਨੇ। ਇਸ ਲਈ ਕੋਈ ਵਹਿਮਾਂ ਭਰਮਾਂ 'ਚ ਪੈਣ ਦੀ ਲੋੜ ਨਹੀਂ, ਕਿਸੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਬਸ। ਕਿਸੇ ਜੇ ਤੁਸੀਂ ਵਹਿਮਾਂ ਭਰਮਾਂ 'ਚ ਪਾਓਗੇ, ਆਪਣੀ ਜ਼ਿੰਦਗੀ ਨੂੰ ਉਂਝ ਹੀ ਬਰਬਾਦ ਕਰ ਲਓਗੇ। ਉਹੀ ਸਮਾਂ ਭਜਨ ਬੰਦਗੀ 'ਤੇ ਲਾਓ। ਅੱਗੇ ਕਹਿੰਦੇ, ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੁ ਨ ਹੋਏਗਾ, ਜੋ ਸਿਰ ਪਰ ਆਵੇ ਕਾਲ। ਕਾਲ ਮੈਨੇ ਕੱਲ, ਕਬੀਰ ਕਾਲ ਕਰੰਤਾ, ਜੋ ਕੱਲ ਨੂੰ ਕਰਨਾ ਨਾ, ਅਬਹਿ ਕਰ, ਉਹਨੂੰ ਅਜੇ ਕਰ। ਕਈ ਬੰਦਾ ਕਹਿੰਦੇ ਇਹ ਕੰਮ ਕੱਲ੍ਹ ਨੂੰ ਕਰਾਂਗੇ। ਕਬੀਰ ਸਾਹਿਬ ਕੱਲ੍ਹ ਨੂੰ ਨਹੀਂ ਕਰਨਾ, ਅਜੇ ਕਰ। ਕੱਲ੍ਹ ਪਤਾ ਨਹੀਂ ਆਉਣੀ ਕਿ ਨਹੀਂ ਆਉਣੀ। ਕੀ ਗਰੰਟੀ ਹੈ ਵੀ ਅਸੀਂ ਕੱਲ੍ਹ ਤੱਕ ਜਿਉਂਦੇ ਰਹਾਂਗੇ ਜੀ? ਕੋਈ ਲਿਖ ਕੇ ਦੇ ਸਕਦਾ ਵੀ ਹਾਂ ਤੁਸੀਂ ਕੱਲ੍ਹ ਤੱਕ ਜਿਉਂਦੇ ਰਹੋਗੇ ਜੀ? ਕਿੰਨੀ ਦੁਨੀਆ ਜੋ ਰਾਤ ਨੂੰ ਮਰ ਜਾਂਦੀ ਹੈ, ਰਾਤ ਨੂੰ ਮਰ ਜਾਂਦੇ, ਉਹਨਾਂ ਦੇ ਕੱਲ੍ਹ ਆਈਓ ਹੀ ਨਾ ਵਿਚਾਰਿਆਂ ਦੇ। ਇਸ ਲਈ ਯਾਦ ਕਰਾਉਣੇ,
ਕਬੀਰ ਕਾਲ ਕਰੰਤਾ ਅਬੈ ਕਰ। ਜਿਹੜਾ ਤੂੰ ਕੱਲ ਨੂੰ ਸਿਮਰਨ ਕਰਨਾ ਨਾ ਉਹ ਅੱਜੇ ਕਰ ਲੈ। ਅਬ ਕਰਤਾ ਸੋਇ ਤਾਲ, ਤੇ ਜਿਹੜਾ ਅੱਜ ਕਰਨਾ ਸੋਇ ਤਾਲ ਹੁੰਦਾ ਹੁਣੇ, ਉਹਨੂੰ ਹੁਣੇ ਹੀ ਕਰ ਲੈ। ਜਿਹੜਾ ਕੱਲ ਨੂੰ ਕਰਨਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਕਰ। ਅੱਜ ਵੀ ਤਾਂ ਸਵੇਰ ਹੈ, ਮੰਨ ਲਓ ਦੁਪਹਿਰੇ ਕਰਾਂਗੇ ਜੀ, ਸ਼ਾਮ ਨੂੰ ਕਰਾਂਗੇ ਜੀ। ਬੰਦਾ ਕਈ ਵਾਰੀ ਸੋਚਦਾ ਹੈ, ਉਹ ਕਹਿੰਦੇ ਨਹੀਂ, ਪਤਾ ਨਹੀਂ ਦੁਪਹਿਰ ਆਉਣੀ ਹੈ ਕਿ ਨਹੀਂ ਆਉਣੀ, ਰਾਤ ਪਤਾ ਨਹੀਂ ਆਉਣੀ ਹੈ ਕਿ ਨਹੀਂ ਆਉਣੀ, ਹੁਣੇ ਹੀ ਕਰ। ਜਿਹੜਾ ਤੂੰ ਕੱਲ੍ਹ ਨੂੰ ਕਰਨਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਕਰ। ਕਬੀਰ ਕਾਲ ਕਰੰਤਾ ਅਬੈ ਕਰ। ਜਿਹੜਾ ਤੂੰ ਕੱਲ੍ਹ ਨੂੰ ਕੰਮ ਕਰਨਾ ਨਾ ਉਹਨੂੰ ਅੱਜ ਕਰ। ਅਬ ਕਰਤਾ ਸੋਇ ਤਾਲ, ਤੇ ਜਿਹੜਾ ਅੱਜ ਕਰਨਾ ਸੋਇ ਤਾਲ ਹੁੰਦਾ ਹੁਣੇ, ਜਸਟ ਨਾਓ, ਉਹਨੂੰ ਹੁਣੇ ਕਰ। ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜਦੋਂ ਸਿਰ 'ਤੇ ਮੌਤ ਆ ਗਈ ਫਿਰ ਤੂੰ ਕੁਛ ਨਹੀਂ ਕਰ ਸਕੇਗਾ। ਜਦੋਂ ਤੇਰੇ ਸਿਰ 'ਤੇ ਮੌਤ ਆ ਗਈ ਫਿਰ ਤੂੰ ਕੁਛ ਨਹੀਂ ਕਰ ਸਕੇਗਾ। ਇਸ ਲਈ ਜਿਹੜਾ ਕੰਮ ਤੂੰ ਕੱਲ੍ਹ ਨੂੰ ਕਰਨਾ ਨਾ ਉਹ ਅੱਜ ਕਰ ਲੈ, ਜਿਹੜਾ ਅੱਜ ਕਰਨਾ ਉਹ ਹੁਣੇ ਕਰ ਲੈ। ਫਿਰ ਮੈਨੂੰ ਯਾਦ ਆ ਜਾਏ ਜੋ ਛੋਟੇ ਹੁੰਦੇ ਪੜ੍ਹਦੇ ਸੀ, ਡੂ ਨਾਟ ਪੁੱਟ ਆਫ ਟਿਲ ਟਮਾਰੋ ਵਟ ਯੂ ਕੈਨ ਡੂ ਟੂਡੇ। ਜੋ ਤੁਸੀਂ ਅੱਜ ਕਰ ਸਕਦੇ ਹੋ ਉਹਨੂੰ ਕੱਲ੍ਹ 'ਤੇ ਨਾ ਛੱਡੋ, ਉਹਨੂੰ ਕੱਲ੍ਹ 'ਤੇ ਨਾ ਛੱਡੋ। ਕਬੀਰ ਸਾਹਿਬ 600 ਸਾਲ ਪਹਿਲੇ ਇਹ ਗੱਲ ਕਹਿ ਗਏ ਕਿ ਭਾਈ ਜਿਹੜਾ ਤੁਸੀਂ ਕੱਲ੍ਹ ਨੂੰ ਕਰਨਾ ਉਹਨੂੰ ਅੱਜ ਕਰੋ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਕਰੋ, ਕਿਉਂਕਿ ਜਦੋਂ ਮੌਤ ਸਿਰ 'ਤੇ ਆ ਗਈ ਫਿਰ ਕੁਛ ਨਹੀਂ ਹੋ ਸਕਣਾ, ਫਿਰ ਕੁਛ ਨਹੀਂ ਹੋ ਸਕਣਾ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ, ਦੀਸੈ ਚੰਚਲ ਬਹੁ ਗੁਣਾ, ਮਤਹੀਨਾ ਨਾਪਾਕ। ਕਹਿੰਦੇ ਮੈਂ ਇੱਕ ਐਸਾ ਜੀਵ ਵੇਖਿਆ, ਐਸਾ ਬੰਦਾ ਵੇਖਿਆ, ਜੈਸੀ ਧੋਈ ਲਾਖ, ਜਿਵੇਂ ਧੋਤੀ ਹੋਈ ਲਾਖ ਹੋਵੇ। ਜੇ ਲਾਖ ਨੂੰ ਧੋਦੇ ਨੇ ਬੜੀ ਚਮਕਦੀ ਆ, ਉਹ ਚਮਕਦੀ ਹੈ। ਕਿ ਬਾਹਰੋਂ ਐਂ ਦੇਖਣ ਨੂੰ ਬੜਾ ਚਮਕਦਾਰ ਹੈ, ਬੜਾ ਸੋਹਣਾ ਲੱਗ ਰਿਹਾ ਹੈ, ਪਰ ਬੜਾ ਧਾਰਮਿਕ ਲੱਗ ਰਿਹਾ ਹੈ। ਕਬੀਰ ਐਸਾ ਜੰਤ ਇੱਕ ਦੇਖਿਆ, ਜੰਤ ਭਾਵ ਜੀਵ ਭਾਵ ਮਨੁੱਖ। ਮੈਂ ਕਹਿੰਦਾ ਇਹੋ ਜਿਹਾ ਬੰਦਾ ਵੇਖਿਆ, ਜੈਸੀ ਧੋਈ ਲਾਖ, ਜਿਵੇਂ ਧੋਤੀ ਹੋਈ ਲਾਖ ਹੁੰਦੀ ਚਮਕਦੀ ਨਾ, ਐਂ ਬਾਹਰੋਂ ਚਮਕਦਾ। ਦੀਸੈ ਚੰਚਲ ਬਹੁ ਗੁਣਾ, ਉਹ ਬੜਾ ਸਿਆਣਾ ਦਿਸਦਾ, ਬੜਾ ਗੁਣਵਾਨ ਦਿਖਾਈ ਦੇ ਰਿਹਾ ਹੈ। ਕਈ ਵਾਰੀ ਸਾਡੇ ਪਹਿਰਾਵੇ ਤੋਂ ਅੰਦਾਜ਼ਾ ਲਾ ਲੈਂਦਾ, ਇਹ ਧਾਰਮਿਕ ਬੰਦਾ ਜੀ, ਇਹ ਇਸ ਤਰ੍ਹਾਂ ਹੈ ਜੀ, ਇਹ ਗੁਣੀ ਗਿਆਨੀ ਹੈ ਜੀ। ਮਤਹੀਨਾ ਨਾਪਾਕ, ਪਰ ਉਹਦੇ ਅੰਦਰ ਮਤ ਤਾਂ ਹੈ ਹੀ ਨਹੀਂ, ਉਹ ਤਾਂ ਮਤ ਤੋਂ ਹੀਨ ਹੈ। ਨਾਪਾਕ ਇਹ ਫਾਰਸੀ ਦਾ ਸ਼ਬਦ ਹੈ, ਪਾਕ ਮਨੇ ਪਵਿੱਤਰ, ਨਾਪਾਕ ਅੰਦਰ ਜਿਹੜਾ ਅਪਵਿੱਤਰ ਹੋਵੇ। ਅੰਦਰ ਮਤ ਹੈ ਨਹੀਂ, ਅੰਦਰੋਂ ਗੰਦਾ ਹੈ, ਬਾਹਰੋਂ ਬਹੁਤ ਗੁਣਵਾਨ ਵਿਖਾਈ ਦੇ ਰਿਹਾ, ਬਾਹਰੋਂ ਬੜਾ ਚਮਕੀਲਾ ਵਿਖਾਈ ਦੇ ਰਿਹਾ ਹੈ। ਧਰਮ ਦੇ ਵਿੱਚ ਦੋ ਚੀਜ਼ਾਂ ਨਹੀਂ ਚੱਲਣਗੀਆਂ, ਇਹਨੂੰ ਕਹਿੰਦੇ ਪਖੰਡ। ਧਰਮ 'ਚ ਅੰਦਰੋਂ ਜਿਹੜਾ ਬੰਦਾ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ, ਉਸ ਨੂੰ ਕਹਿੰਦੇ ਪਖੰਡੀ, ਉਹਨੂੰ ਪਖੰਡੀ ਕਹਿੰਦੇ। ਬਾਹਰੋਂ ਧਾਰਮਿਕ ਵਿਖਾਈ ਦੇਣਾ, ਅੰਦਰੋਂ ਠੱਗ ਹੋਣਾ। ਜਿਵੇਂ ਸਵੇਰੇ ਮੈਂ ਕਿਸੇ ਨੂੰ ਕੋਈ ਘਟਨਾ ਸੁਣਾ ਰਿਹਾ ਸੁਪਨੇ 'ਚ, 3 ਵਜੇ ਨੇ, ਮੈਂ ਉਹਨੂੰ ਸੁਣਾ ਰਿਹਾ ਬਈ ਮੈਂ ਇੱਕ ਗਲੀ 'ਚ ਜਾ ਰਿਹਾ ਸੀ, ਇੱਕ ਬੰਦਾ ਘਰ ਦੇ ਬੂਹੇ ਅੱਗੇ ਖੜ੍ਹਾ ਸੀ, ਉਹਨੇ ਮੈਨੂੰ ਫਤਿਹ ਬੁਲਾਈ ਕਿ ਸਾਡੇ ਘਰ ਵੀ ਚਰਨ ਪਾ ਦਿਓ ਜੀ। ਮੈਂ ਉਹਨਾਂ ਦੇ ਘਰ 'ਚ ਲੈ ਗਿਆ। ਉਹ ਕਹਿੰਦਾ ਜੀ ਤੁਸੀਂ ਧਾਰਮਿਕ ਬੰਦੇ ਹੋ, ਆਹ ਜਿਹੜੀ ਕਿਤਾਬ ਹੈ ਨਾ, ਇਹ 'ਚ ਬਹੁਤ ਧਾਰਮਿਕ ਗੱਲਾਂ ਲਿਖੀਆਂ ਹੋਈਆਂ, ਕਥਾਵਾਂ ਲਿਖੀਆਂ ਹੋਈਆਂ ਹਨ,
ਇਹ ਤੁਹਾਡੇ ਪੜ੍ਹਨ ਵਾਲੀ ਹੈ। ਲਓ ਇਹ ਕਿਤਾਬ। ਅਤੇ ਮੈਂ ਉਹਨੂੰ ਦੱਸ ਰਿਹਾ, ਜਦੋਂ ਮੈਂ ਕਿਤਾਬ ਫੜੀ ਮੈਨੂੰ ਲੱਗਿਆ ਕਰੰਟ, ਅਤੇ ਮੇਰੇ ਹੱਥੋਂ ਕਿਤਾਬ ਗਈ ਡਿੱਗ, ਅਤੇ ਮੈਂ ਉਸੇ ਵੇਲੇ ਉਸ ਘਰ 'ਚ ਉੱਠ ਕੇ ਬਾਹਰ ਨਿਕਲ ਆਇਆ। ਵੀ ਤਾਂ ਬੰਦਾ ਬੜਾ ਖਤਰਨਾਕ ਹੈ, ਇਹਨੇ ਕਿਤਾਬ ਨੂੰ ਕੁਛ ਲਾਇਆ ਹੋਇਆ ਸੀ ਵੀ ਇੱਥੇ ਹੀ ਬੇਹੋਸ਼ ਹੋ ਜਾਏਗਾ ਅਤੇ ਮੈਨੂੰ ਲੁੱਟ ਲਾਂਗਾ। ਇਸ ਲਈ ਕਿਸੇ ਵੀ ਅਣਜਾਣ ਬੰਦੇ ਤੋਂ ਕੋਈ ਚੀਜ਼ ਨਹੀਂ ਲੈਣੀ, ਐ ਮੈਂ ਉਹਨੂੰ ਦੱਸ ਰਿਹਾ। ਹੁਣ ਦੂਜੀ ਮੈਂ ਘਟਨਾ ਸੁਣਾ ਰਿਹਾ ਬਈ ਮੈਂ ਸਕੂਟਰ 'ਤੇ ਜਾ ਰਿਹਾ। ਇੱਕ ਜਿਹੜਾ ਬਜ਼ੁਰਗ ਬੰਦਾ ਹੈ, ਉਦੋਂ ਮੈਂ ਨੌਜਵਾਨ ਹਾਂ, ਉਹ ਮੈਨੂੰ ਬੇਨਤੀ ਕਰਦਾ ਵੀ ਮੇਰੇ ਲਈ ਤੁਰਨਾ ਬੜਾ ਮੈਨੂੰ ਔਖਾ ਲੱਗਦਾ ਜੀ ਹੈ, ਵੀ ਕਿਰਪਾ ਕਰਕੇ ਮੈਨੂੰ ਤੁਸੀਂ ਸਕੂਟਰ 'ਤੇ ਉੱਥੋਂ ਤੱਕ ਲੈ ਜਾਓ। ਮੈਂ ਉਹਨੇ ਸਕੂਟਰ 'ਤੇ ਬਿਠਾ ਲਿਆ, ਜਿੱਥੇ ਉਹਨੇ ਕਿਹਾ ਉੱਥੇ ਮੈਨੂੰ ਉਤਾਰਤਾ। ਥੋੜ੍ਹੇ ਜਿਹੇ ਅੱਗੇ ਗਿਆ, ਮੈਨੂੰ ਪੁਲਿਸ ਵਾਲਿਆਂ ਘੇਰ ਲਿਆ। ਮੈਂ ਵੀ ਕੀ ਗੱਲ ਹੈ? ਕਿ ਤੂੰ ਨਾ ਸਮਗਲਰ ਹੈ ਅਫੀਮ ਦਾ। ਮੈਂ ਕਿਹਾ ਜੀ ਮੈਂ ਸਮਗਲਰ ਹਾਂ? ਹਾਂ, ਕਹਿੰਦੇ ਸਾਰੇ ਐਂ ਹੀ ਕਹਿੰਦੇ ਹੁੰਦੇ ਨੇ। ਸਾਨੂੰ ਰਿਪੋਰਟ ਮਿਲੀ ਹੈ ਵੀ ਫਲਾਣਾ ਜਿਹਾ ਸਕੂਟਰ 'ਤੇ ਇਹੋ ਜਿਹੇ ਕੱਪੜਿਆਂ ਵਾਲਾ ਹੈ, ਇਹ ਅਫੀਮ ਦਾ ਬੜਾ ਵੱਡਾ ਸਮਗਲਰ ਹੈ। ਉਤਰ ਹੇਠਾਂ। ਉਹਨਾਂ ਮਗਰਲੀ ਸੀਟ ਮੇਰੇ ਸਕੂਟਰ ਦੀ ਚੱਕੀ, ਵਿੱਚੋਂ ਜਿਹੜਾ ਹੈ ਉਹ ਅਫੀਮ ਦੀ ਪੁੜੀ ਨਿਕਲ ਆਈ ਹੈ। ਕਹਿੰਦੇ ਹਾਂ, ਕਹਿੰਦੇ ਮੈਂ ਜੀ ਇਹ ਹੈ ਉਹ ਸਾਰੇ ਹੀ ਇਸ ਤਰ੍ਹਾਂ ਕਰਦੇ ਨੇ, ਚੱਲ ਥਾਣੇ। ਉਹਨਾਂ ਮੇਰੇ 'ਤੇ ਪਰਚਾ ਦਰਜ ਕਰਤਾ, ਮੁਕੱਦਮਾ ਚੱਲਿਆ ਮੇਰੇ 'ਤੇ। ਮੈਂ ਜੱਜ ਨੂੰ ਸਾਰੀ ਗੱਲ ਦੱਸੀ, ਜੱਜ ਨੂੰ ਮੇਰੀ ਗੱਲ ਜੱਚ ਗਈ, ਮੈਨੂੰ ਬਰੀ ਕਰਤਾ। ਐਕਚੁਅਲੀ ਉਹ ਜਿਹੜਾ ਮੇਰੇ ਮਗਰ ਬੰਦਾ ਬੈਠਾ ਸੀ ਉਹ ਹੈ ਹੀ ਪੁਲਿਸ ਦਾ ਸੀ, ਵੀ ਤੂੰ ਐਂ ਕਰੀ ਮਗਰ ਰੱਖਦੀ ਸੀਟ 'ਤੇ ਅਤੇ ਆਪਾਂ ਇਹਨੂੰ ਫੜ ਲਾਂਗੇ, ਫਿਰ ਪੈਸੇ ਬਟੋਰ ਲਾਂਗੇ। ਇਸ ਲਈ ਬਈ ਜਿਹਨੂੰ ਤੁਸੀਂ ਨਹੀਂ ਜਾਣਦੇ, ਉਹਨੂੰ ਮੈਂ ਕਹਿ ਰਿਹਾ ਸੁਪਨੇ ਜੀ, ਬਈ ਜਿਸ ਨੂੰ ਤੁਸੀਂ ਨਹੀਂ ਜਾਣਦੇ ਉਸ ਨੂੰ ਕਦੇ ਵੀ ਲਿਫਟ ਨਹੀਂ ਦੇਣੀ, ਨਹੀਂ ਬਿਠਾਉਣਾ ਨਾਲ। ਫਿਰ ਤੀਜੀ ਘਟਨਾ ਮੈਂ ਉਹਨੂੰ ਸੁਣਾ ਰਿਹਾ, ਬੜੇ ਅਜੀਬ ਸਿਰ ਬੀਤੇ ਫਿਰ ਨਾਲ, ਮੈਂ ਆਪ ਹੀ ਸੁਣਾ ਰਿਹਾ ਉਸਨੂੰ। ਇਹ ਨਹੀਂ ਪਤਾ ਮੈਂ ਕਿਹਨੂੰ ਸੁਣਾ ਰਿਹਾ ਮੈਂ ਤੁਰਿਆ ਜਾ ਰਿਹਾ ਹਾਂ। ਇੱਕ ਬਹੁਤ ਬਜ਼ੁਰਗ ਬੀਬੀ ਰਲ ਗਈ, ਵੀ ਭਾਈ ਤੂੰ ਕਿੱਥੇ ਜਾਣਾ? ਮੈਂ ਜੀ ਮੈਂ ਫਲਾਣੀ ਥਾਂ 'ਤੇ ਜਾਣਾ। ਮੈਂ ਇਕੱਲੀ ਹਾਂ, ਮੈਨੂੰ ਵੀ ਨਾਲ ਲੈ ਜਾਓ ਉੱਥੋਂ ਤੱਕ। ਚਲੋ ਜੀ, ਮੈਂ ਉਹਦੇ ਨਾਲ ਤੁਰਿਆ ਜਾ ਰਿਹਾ। ਅੱਗੋਂ ਪੁਲਿਸ ਵਾਲੇ ਸਾਨੂੰ ਘੇਰ ਲਿਆ, ਕਹਿੰਦੇ ਤੁਸੀਂ ਨਾ ਸਾਨੂੰ ਰਿਪੋਰਟ ਮਿਲੀ ਜਿਹੜਾ ਤੁਸੀਂ ਦੋਨੋਂ ਆ ਰਹੇ ਹੋ, ਤੁਹਾਡੇ ਕੋਲ ਭੁੱਕੀ ਹੈ, ਤੁਸੀਂ ਭੁੱਕੀ ਦੇ ਸਮਗਲਰ ਹੋ। ਮੈਂ ਕਿਹਾ ਜੀ ਮੈਂ ਤਾਂ ਧਾਰਮਿਕ ਬੰਦਾ ਹਾਂ, ਮੈਂ ਤਾਂ ਭੁੱਕੀ ਅੱਜ ਤੱਕ ਦੇਖੀ ਹੋਈ ਨਹੀਂ ਹੈ। ਕਹਿੰਦੇ ਇਸ ਤਰੀਕੇ ਦੇ ਸਾਰੇ, ਚਲੋ ਥਾਣੇ। ਤੇ ਥਾਣੇ ਉਹ ਜਨਾਨੀ ਨੂੰ ਕਹਿੰਦੇ ਤੂੰ ਤੇ ਜਾ। ਭੁੱਕੀ ਜਨਾਨੀ ਕੋਲੋਂ ਨਿਕਲੀ ਹੈ, ਮੇਰੇ ਕੋਲੋਂ ਭੁੱਕੀ ਨਹੀਂ ਨਿਕਲੀ। ਜਨਾਨੀ ਨੂੰ ਪੁਲਿਸ ਵਾਲੇ ਕੇ ਤੂੰ ਜਾ, ਅਤੇ ਮੇਰੇ ਤੋਂ ਕੁਝ ਪੈਸੇ ਪੂਸੇ ਲੈ ਕੇ ਮਸਾਂ ਮੈਂ ਆਪਣਾ ਖੜਾ ਛੜਾ 'ਤੇ ਆ ਗਿਆ। ਅਤੇ ਮੈਂ ਉਹਨੂੰ ਕਹਿ ਰਿਹਾ ਵੀ ਇਹ ਵੀ ਖਿਆਲ ਰੱਖਣਾ, ਐਵੇਂ ਹੀ ਨਹੀਂ ਕਿਸੇ ਬਗਾਨੇ ਨਾਲ ਤੁਰੇ ਜਾਣਾ, ਵੀ ਚਲ ਤਰਸ ਕਰ ਲਓ ਜੀ, ਹਾਂ ਇਹ ਹੈ ਜੀ। ਅਤੇ ਇੰਨੇ ਚਿਰ ਸਵੇਰ ਦੇ 3 ਵਜੇ ਕਿਤੇ ਮੈਂ ਜਾਗ ਪਿਆ। ਮੈਂ ਕਿਹਾ ਕਿਆ ਬਾਤ ਹੈ, ਮੈਂ ਕਿੰਨਾ ਮੈਨੂੰ ਜਿਹੜਾ ਹੈ ਇਹ ਘਟਨਾ ਵਿੱਚ ਗਿਆਨ ਦੇ ਦਿੱਤਾ ਗਿਆ। ਹੋ ਸਕਦਾ ਕਿ ਕੋਈ ਬੀਤਣ ਵਾਲਾ ਹੋਵੇ ਜਾਂ ਕਦੇ ਕਿਸੇ ਜਨਮ 'ਚ ਬੀਤਿਆ ਹੋਵੇ, ਅਤੇ ਮੈਨੂੰ ਪਹਿਲਾਂ ਹੀ ਸਾਵਧਾਨ ਕੀਤਾ ਜਾ ਰਿਹਾ ਸੁਪਨੇ ਰਾਹੀਂ। ਆਪ ਹੀ ਮੈਂ ਦੱਸ ਰਿਹਾ ਕਿਸੇ ਨੂੰ ਜੋ ਮੇਰੇ ਨਾਲ ਇਹ ਤਿੰਨੋਂ ਘਟਨਾ ਬੀਤੀਆਂ, ਵੀ ਐਂ ਵੀ ਹੁੰਦਾ ਹੈ। ਸੋ ਇਸ ਲਈ ਕਬੀਰ ਸਾਹਿਬ ਤੁਹਾਨੂੰ ਦੱਸ ਰਹੇ ਨੇ, ਕਹਿੰਦੇ ਜਿਹੜਾ ਦੇਖਣ ਨੂੰ ਬੰਦਾ ਬੜਾ ਵਧੀਆ ਹੈ, ਜਿਵੇਂ ਧੋਤੀ ਹੋਈ ਲਾਖ ਹੁੰਦੀ ਹੈ, ਪਰ ਅੰਦਰੋਂ ਜਿਹੜਾ ਹੈ ਮਤਹੀਨ ਹੈ, ਅੰਦਰ ਮਤ ਹੈ ਨਹੀਂ, ਨਾਪਾਕ ਹੈ, ਅੰਦਰੋਂ ਗੰਦਾ ਹੈ, ਦੇਖਣ ਨੂੰ ਬੜਾ ਚੰਚਲ ਹੈ, ਬੜਾ ਗੁਣਵਾਨ ਵਿਖਾਈ ਦਿੰਦਾ ਹੈ। ਸੋ ਇਸ ਤਰ੍ਹਾਂ ਦੇ ਬੰਦਿਆਂ ਤੋਂ ਵੀ ਸਾਵਧਾਨ ਰਹਿਣਾ ਹੈ, ਜਿਹੜੇ ਬਾਹਰੋਂ ਬਹੁਤ ਵਧੀਆ ਵਿਖਾਈ ਦਿੰਦੇ ਨੇ। ਹਾਂਜੀ,
ਤੇ ਅੰਦਰੋਂ ਕੁਝ ਹੋਰ ਹੁੰਦੇ ਨੇ। ਕੀ ਪਤਾ ਜਿਹਦੇ ਨਾਲ ਤੁਸੀਂ ਤੁਰੇ ਜਾ ਰਹੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ, ਉਹਦੀ ਪਤਾ ਲੱਗੇ ਤੁਹਾਡੀ ਜੇਬ ਵੀ ਕਤਰ ਲਿਓ। ਇਸ ਲਈ ਬੜਾ ਸਾਵਧਾਨ ਹੋ ਕੇ ਇਸ ਸੰਸਾਰ 'ਚ ਜਿਉਣਾ ਪੈਣਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।